ਤਾਂ ਬਸ ਸਾਹਿਬ ਇੱਥੇ ਕਹਿ ਰਹੀ ਆ ਵੀ ਕਿਹੜਾ ਮਿਲਨਜੀਤ ਮੁੰਡਾ ਉਹ ਵਾਲਾ ਕਹਿੰਦੀ ਉਹਦਾ ਬੀਵੀ ਵੀ ਮੇਰੇ ਕੋਲੇ ਹੈਗਾ। ਸ਼ੀ ਇਜ਼ ਪ੍ਰੈਗਨੈਂਟ। ਯਾ ਇਹ ਸਾਰਿਆਂ ਨੂੰ ਆਲਰੇਡੀ ਇੱਥੇ ਕਹਿ ਰਹੀ ਹੈ ਵੀ ਮੈਂ ਇੱਥੇ ਕੈਨੇਡਾ ਦੇ ਵਿੱਚ ਮੈਰਿਜ ਕਰਵਾਈ ਆ, ਉਹਦਾ ਬੇਬੀ ਵੀ ਮੇਰੇ ਕੋਲੇ ਹੈ। ਤਾਂ ਬੇਬੀ ਕਿਸੇ ਦਾ ਆਇਆ ਤੇ ਹੁਣ ਤੀਜਾ ਵਿਆਹ ਹੋਰ ਨਾ ਕਰਾ ਲਿਆ? ਪਤਾ ਨਹੀਂ ਹੁਣ ਇਹਦਾ ਤਾਂ ਪਤਾ ਨਹੀਂ, ਪਰ ਇਹਦੇ ਹਾਲਾਤ ਕੁਝ ਠੀਕ ਨਹੀਂ ਗਏ। ਡਰਿੰਕ ਕਰਦੀ ਹੈ ਮੁੰਡਿਆਂ ਨਾਲ ਬੈਠ ਕੇ। ਨੋਟ ਦਿਸ ਇਜ਼ ਨੋਟ ਗਰਲ। Come on, baby, stop it, please. ਅਸੀਂ ਪਬਲਿਕ ਓਪੀਨੀਅਨ ਲੈਣੀ ਚਾਹਾਂਗੇ। ਸੋ ਇਹ ਕਹਿੰਦੇ ਕਿ ਤੈਨ ਹੁਣ ਤੁਹਾਡੀ ਵਾਈਫ ਇੰਦਰਜੀਤ ਨਾਮ ਹੈ ਉਹਦਾ ਰਜਨਦੀਪ। ਰਜਨ ਹਾਂਜੀ ਰਜਨਦੀਪ ਜਿਹੜੀ ਆ ਇਹਨੇ ਪਹਿਲਾਂ ਸ਼ਾਦੀ ਕਰਾਈ ਆ ਮਿਲਨਮੀਤ ਨਾਲ। ਹਾਂਜੀ ਪਹਿਲਾਂ ਇੰਡੀਆ ਮੇਰੇ ਨਾਲ ਫਿਰ ਉਹਨਾਂ ਕਰਵਾਈ ਜੀ। ਕਿੰਨੇ ਉਹਨਾਂ ਕਦੋਂ ਕਰਾਈ? ਸਾਲ ਦੇ ਵਿੱਚ ਕਰਾ ਲਈ ਜਾ ਕੇ? ਉਹਨਾਂ ਜੀ ਕਰਾਈ ਆ ਜਾ ਕੇ ਇਹਨੇ ਮਈ 2019 ਚ ਜੀ। ਤੁਹਾਡੇ ਕੋਲ $10,000 ਲਿਆ, ਤੁਹਾਨੂੰ ਕਿਵੇਂ ਪਤਾ ਲੱਗਾ? ਤੁਹਾਨੂੰ ਇਹ ਮੁੰਡਾ ਮਿਲਨਮੀਤ ਨੇ ਦੱਸਿਆ? ਮਿਲਨ ਵੀ ਤੇ ਸਾਡਾ ਜੀ ਮੇਰੇ ਤਾਇਆ ਜੀ ਦਾ ਮੁੰਡਾ ਆ, ਉਹਨੇ ਸਾਰੀ ਪਤਾ ਕਰਵਾਇਆ। ਉਹ ਮੁੰਡੇ ਨੇ ਸਾਰੀ ਰਿਕਾਰਡਿੰਗਾਂ ਪਈਆਂ ਉਹਦੇ ਟੱਚ 'ਚ ਆ, ਮੇਰੇ ਤਾਇਆ ਜੀ ਦੇ ਮੁੰਡੇ ਦੇ। ਤੇ ਉਹ ਹੁਣ ਡਿਪੋਰਟ ਹੋਇਆ ਇਹਦੇ ਕਰਕੇ ਕਿ ਇਹਨਾਂ ਨੇ ਫਰਾਡ ਕਰ ਲਿਆ। ਹਾਂਜੀ ਉਹ ਮੁੰਡਾ ਮੰਨਦਾ ਕਿ ਮੈਂ ਇਹਦੇ ਕਰਕੇ ਡਿਪੋਰਟ ਹੋਇਆ। ਤੇ ਇਹਨੇ ਆਪ ਰਿਫਿਊਜੀ ਅਪਲਾਈ ਕਰਤਾ ਹੁਣ ਕੈਨੇਡਾ 'ਚ। ਹਾਂਜੀ ਰਿਫਿਊਜੀ ਅਪਲਾਈ ਕਰਤਾ ਕਿਉਂਕਿ ਇਹ ਖੁਦ ਫਸਦੀ ਸੀ। ਮੇਰਾ ਵੀਜ਼ਾ ਲੱਗਾ ਆਇਆ ਸੀਗਾ ਤੇ ਇਹਨੇ ਮੇਰਾ ਆਪਣੇ ਬਚਾਉਣ ਨੂੰ ਮੇਰਾ ਵੀਜ਼ਾ ਕੈਨਸਲ ਕਰਵਾਤਾ। ਤਾਂ ਹੁਣ ਇਹਨੇ ਐਲੀਗੇਸ਼ਨ ਦੇ ਇਤਲਾਹ ਤੇ ਕਿ ਮੈਨੂੰ ਕੁੱਟਦਾ ਇੰਡੀਆ 'ਚ। ਹਾਂਜੀ ਕੁੱਟਦਾ ਮਾਰਦਾ ਇੰਡੀਆ ਜੀ। ਤੁਸੀਂ ਤੁਹਾਡੇ ਰਿਲੇਸ਼ਨ ਬਣੇ ਸੀ 20 ਦਿਨਾਂ 'ਚ? ਹਾਂਜੀ ਬਣੇ ਸੀ ਜੀ। ਬੱਚਾ ਲਿਆ ਕੋਈ? ਨਹੀਂ ਬੱਚਾ ਨਹੀਂ ਲਿਆ ਜੀ ਕੋਈ, ਕਿਉਂਕਿ ਹਲੇ ਜੀ ਵੈਸੇ ਨਹੀਂ ਜਲਦੀ ਕਿਉਂਕਿ ਆਪਾਂ ਤਾਂ ਸ਼ੁਰੂਆਤ ਕਰਨੀ ਸੀ ਫਿਊਚਰ ਦੀ। ਓਕੇ, ਉਸ ਤੋਂ ਬਾਅਦ ਫਿਰ ਇਹ ਹੁਣ ਤੀਜੇ ਮੁੰਡੇ ਦੇ ਨਾਲ ਰਹਿ ਰਹੀ ਆ। ਹਾਂਜੀ ਗੁਰਦੁਆਰਾ ਸਾਹਿਬ ਚ ਲਾਮਾ ਲੈ ਚੁੱਕੀ ਹੈ। ਉਹ ਮੁੰਡਾ ਤੀਜਾ ਕੌਣ ਆ? ਹਾਂਜੀ ਲਾਮਾ ਤੀਜਾ ਜੀ ਕੋਈ ਕਲੇਰ ਹੈ ਏਦਾਂ ਮੁੰਡਾ। ਮੇਰੇ ਚਾਚਾ ਜੀ ਦੇ ਮੁੰਡੇ ਨੇ ਸਾਰੀ ਗੱਲਬਾਤ ਉਹਦੇ ਫੋਨ 'ਚ ਸਾਰੇ ਪ੍ਰੂਫ ਹੈ, ਇੰਗਲੈਂਡ 'ਚ ਆ। ਉਹਨਾਂ ਨੂੰ ਜੇ ਆਪਾਂ ਕਾਲ 'ਚ ਐਡ ਕਰ ਲਈਏ। No, we can't proceed that long. I'm sorry, ਕਿਉਂਕਿ ਐਨੀਵੇ ਪਬਲਿਕ ਓਪੀਨੀਅਨ ਲੈਣੀ ਚਾਹਾਂਗਾ ਕਿ ਤੁਸੀਂ ਦੇਖ ਲਓ ਕਿ ਲੜਕੀਆਂ ਕਰਦੀਆਂ ਕੀ ਆ। ਹੁਣ ਦੱਸੋ ਕਿ ਲੜਕੇ ਵਿੱਚ ਕਸੂਰ ਹੈ ਜਾਂ ਲੜਕੀ ਵਿੱਚ? ਵਨ ਸਾਈਡ ਸਟੋਰੀ ਆ। ਅਗਰ ਜੇ ਪ੍ਰੋਮ ਨੂੰ ਰਜਨਦੀਪ ਪ੍ਰੋਮ ਨੂੰ ਸੁਣਦੇ ਹੋਣ ਤਾਂ ਉਹ ਪਾਰਟਿਸਿਪੇਟ ਕਰ ਸਕਦੇ ਨੇ, ਕਿਉਂਕਿ ਵਨ ਸਾਈਡ ਸਟੋਰੀ ਵਿੱਚ ਉਹ ਆਪਣਾ ਪੱਖ ਪੇਸ਼ ਕਰ। ਹਾਂਜੀ ਪਰ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਪਾਸੇ ਸ਼ਾਦੀ ਹੋਈ ਹੋਵੇ ਤਾਂ ਤੁਸੀਂ ਇਹ ਇੱਕ ਫਰਾਡ ਹੈ, ਇਹਦੇ ਵਿੱਚ ਪੁਲਿਸ ਨੂੰ ਚਾਰਜ ਕਰ ਸਕਦੀ ਆ। ਐਨੀਵੇ ਮੈਂ ਇਹ ਤੁਹਾਡਾ ਇੰਨੀ ਹੈਲਪ ਕਰ ਸਕਦੀ ਹਾਂ। ਮੈਂ ਇੱਥੇ ਤੁਹਾਡੇ ਲੋਕਲ ਡੀਏ ਨਾਲ ਗੱਲਬਾਤ ਕਰਾਂਗਾ। ਮੇਬੀ ਟਾਕ ਟੂ ਡੀਐਸਪੀ। ਆਈ ਡੋਂਟ ਨੋ ਡੀਐਸਪੀ ਸਤੀਸ਼ ਕੁਮਾਰ ਹੈ ਜਾਂ ਹੋਰ ਕੋਈ ਤੁਸੀਂ ਕਹਿੰਦੇ ਹੋ। ਔਰ ਉਸ ਤੋਂ ਬਾਅਦ ਪਤਾ ਨੋ ਪ੍ਰੋਬਲਮ। ਲੈਟਸ ਸੀ ਕਿ ਅਸੀਂ ਪਬਲਿਕ ਓਪੀਨੀਅਨ ਲਈਏ ਇਹਦੇ ਬਾਰੇ ਵਿੱਚ। ਹੈਲੋ ਪਬਲਿਕ ਓਪੀਨੀਅਨ ਵਿੱਚ ਅਸੀਂ ਹਾਜ਼ਰ ਹੋ ਚੁੱਕੇ ਹਾਂ ਔਰ ਸਾਡੀਆਂ ਭੈਣਾਂ ਜ਼ਰੂਰ ਪਾਰਟਿਸਿਪੇਟ ਕਰਨ ਕਿ ਜੇ ਅਗਰ ਨਾ ਰੁਕਿਆ ਸਾਡੀ ਕੈਨੇਡਾ ਦੀ ਸਰਕਾਰ ਨੇ ਇਹ ਸਾਰਾ ਕੁਝ ਸਿਸਟਮ ਜੋ ਰੋਜ਼ਾਨਾ ਅਸੀਂ ਲਿਆ ਰਹੇ ਹਾਂ ਇਹ ਤਾਂ ਵੇਚ ਕੇ ਖਾ ਜੂਗਾ। ਸਿਸਟਮ ਜਿਹੜਾ ਹੈ ਇਹ ਇੰਨੀ ਨਲਾਇਕੀ ਹੋ ਰਹੀ ਹੈ। ਸੋ ਇਹ ਤੁਸੀਂ ਆਪੇ ਸੋਚੋ ਕਿਉਂ ਇਸ ਤਰ੍ਹਾਂ ਹੋ ਰਿਹਾ। ਦਿਸ ਇਜ਼ ਵੈਰੀ ਸੈਡ ਪਾਰਟ। ਅਸੀਂ ਆਪਣੇ ਸੋਚਣ ਦੱਸੀਏ ਕਿ ਕੈਨੇਡੀਅਨ ਗਾਰਡੀਅਨਸ ਤੁਹਾਡੇ ਸੇਵਾ ਵਿੱਚ ਕੱਲ ਨੂੰ ਅਤੇ ਪਰਸੋਂ ਨੂੰ ਜਿਹੜਾ 3 ਮਾਸਕ ਵੇਚੇਗਾ। ਇਹ ਮਾਸਕ ਅੱਧੀ ਕੀਮਤੀ ਹੋਣਗੇ। ਕੈਨੇਡਾ ਵਿੱਚ ਬਣੇ ਹੋਏ ਗਾਰਡੀਅਨ ਮੈਡੀਕਲ ਮਾਸਕ ਦੀ ਇੱਕ ਕੰਪਨੀ ਹੈ ਜੋ ਕਿ ਕੈਨੇਡਾ ਬਣੇ ਹੋਏ ਮਾਸਕ ਅੱਧੀ ਕੀਮਤ ਵੇਚ ਰਹੀ। ਸਭ ਨੂੰ ਇੱਕ ਮਾਸਕ ਦਾ ਡੱਬਾ ਫ੍ਰੀ ਦੇਵੇ। ਕੱਲ ਨੂੰ ਅਸੀਂ 10 ਤੋਂ 1-2 ਘੰਟੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ 505 ਐਪਲ ਕੀਕ ਬੁਲੇਵਰਡ ਤੋਂ ਕਰਾਂਗੇ। ਅਸੀਂ ਤੁਹਾਡੇ ਕਾਲ ਲੈ ਰਹੇ ਹਾਂ। ਪਲੀਜ਼ ਗਿਵ ਅਸ ਅ ਕਾਲ। ਤੁਹਾਡਾ ਵੀਊ ਕੀ ਹੈ? ਔਰ ਇੱਕ ਲੜਕੀ ਨੇ ਇਹ ਕਹਿ ਰਿਹਾ ਆ ਇੰਦਰਜੀਤ ਕਿ ਉਹਨੇ 3 ਸ਼ਾਦੀ ਕਰਾਈ ਹੈ। ਤੁਹਾਡਾ ਕਿੰਨਾ ਖਰਚਾ ਕਿੰਨਾ ਹੈ ਤੁਹਾਡਾ ਸ਼ਾਦੀ ਤੇ? ਆ ਕੇ ਆਪਣਾ ਜੀ 22 ਲੱਖ ਰੁਪਇਆ ਬਣ ਗਿਆ ਜੀ। 22 ਲੱਖ ਰੁਪਏ। ਚਲੋ ਭਾਜੀ ਆਹ ਨੰਬਰ ਮੇਰਾ ਐਡ ਕਰੋ, ਮੇਰੇ ਮਿੰਟ ਮੁੱਕ ਗਏ ਵਿੱਚ। ਨੰਬਰ ਕਿਹੜਾ ਐਡ ਕਰੀ ਤੁਹਾਡਾ? ਹਾਂਜੀ ਭਾਜੀ ਆ ਗਿਆ ਕਰਾਣਾ। ਹਾਂਜੀ ਅੱਛਾ ਨੰਬਰ ਦੂਸਰੇ ਤੇ ਆ ਗਏ ਨੇ। ਆਲਰਾਈਟ ਠੀਕ ਹੈ। ਨੰਬਰ 3 ਕਾਲਰ ਕਾਰਡ ਬੰਦਾ ਆਈ ਸੀ। ਆਈ ਨੰਬਰ 3 ਕਾਲਰ ਪਲੀਜ਼ ਬੋਲੋ। ਅਮਨ ਬੋਲੋ। ਸਤਿ ਸ਼੍ਰੀ ਅਕਾਲ ਬਾਸੀ ਜੀ। ਜੀ ਕੀ ਕਹਿਣਾ ਚਾਹੁੰਦੇ ਹੋ? ਬਾਸੀ ਸਾਹਿਬ ਆ ਕੁੜੀ ਗਲਤ ਹੈ ਜੀ। 22 ਲੱਖ ਰੁਪਈਆ ਲਵਾਤਾ ਹੈ ਜੀ। ਮੁੰਡਾ ਹੁਣ ਤੰਗ ਹੁੰਦਾ। ਸਾਡਾ ਇੱਕ ਯਾਰ ਵੇਲੀ ਆ ਉਹਨੇ ਵੀ ਐਂ ਕੀਤਾ ਜੀ। ਇਹਨਾਂ ਨੂੰ ਬਾਹਰ ਕਢਾਓ ਜੀ, ਕੈਨੇਡਾ ਤੋਂ ਬਹੁਤ ਤੰਗ ਕਰਦੀਆਂ ਇੱਥੇ। ਔਰ ਦੇਖ ਲਓ ਕਿ ਇਹ ਕਰਦੀਆਂ ਕੀ ਹੈ ਕੁੜੀਆਂ। ਮੈਂ ਹੈਰਾਨ ਆ ਕਿ 3 ਸ਼ਾਦੀਆਂ ਕਰਾਈਆਂ ਇਹ ਕਹਿ ਰਿਹਾ ਔਰ ਇੱਕ ਮੁੰਡੇ ਡਿਪੋਰਟ ਹੋਣਾ ਪਿਆ ਇਹਦੇ ਕਰਕੇ।
ਜੇ ਸਾਨੂੰ ਪ੍ਰੋਬਲਮ ਸੁਣਦਾ ਹੋਵੇ ਮਿਲ ਮੀਤ ਜਾਂ ਕੋਈ ਦੋਸਤ ਮਿੱਤਰ ਸਾਨੂੰ ਕਾਲ ਕਰੇ। ਨੰਬਰ 4 ਕਾਲਰ, ਤੁਹਾਡਾ ਨਾਮ ਕੀ ਹੈ, ਕੀ ਕਹਿਣਾ ਚਾਹੁੰਦੇ ਹੋ? ਹੈਲੋ ਜੀ ਲਾਈਨ ਤੇ ਹੋ। ਬਾਂਸੀ ਸਾਹਿਬ ਸਤਿ ਸ੍ਰੀ ਅਕਾਲ। ਬਸ ਇੰਨਾ ਕਹਿਣਾ ਚਾਹੁੰਦੇ ਆ ਜਿਹੜੀ ਸਾਰੀ ਸਾਡੀ ਕਮਿਊਨਿਟੀ ਆ ਨਾ, ਜਦੋਂ ਸੱਤਿਆਨਾਸ਼ ਹੋ ਗਿਆ, ਜਿੰਨੀ ਹੋਂਦਾਰੀ ਸਾਡੀ ਕਮਿਊਨਿਟੀ ਹੁੰਦੀ ਸੀਗੀ ਨਾ ਜੀ, ਉਨੀ ਸਾਡੀ ਇਹ ਕੁੜੀਆਂ ਨੇ ਜੁੱਤੀ ਥੱਲੇ ਦੇਤੀ ਹੈ। ਬਸ ਇੰਨੀ ਗੱਲ ਕਹਿਣਾ ਚਾਹੁੰਦਾ ਜੀ। ਸਤਿ ਸ੍ਰੀ ਅਕਾਲ। ਨੰਬਰ 5 ਕਾਲਰ, ਪ੍ਰੋਸੀਡ ਕਰੋ। ਹਾਂਜੀ ਸਤਿ ਸ੍ਰੀ ਅਕਾਲ ਜੀ। ਜੀ ਹਾਂਜੀ ਆਪਾਂ ਤਾਂ ਇਹ ਗੱਲ ਕਹਿਣੀ, ਹੁਣ ਟਰੂਡੋ ਸਾਹਿਬ ਨੇ ਵੀ ਕਿਹਾ ਜੀ ਆਪਣਾ ਰਿਸ਼ਤਾ ਬਹੁਤ ਗੂੜਾ ਵਾ, ਵੀ ਇਮੀਗ੍ਰੇਸ਼ਨ ਦੇ ਰੂਲ ਨਹੀਂ ਸਖਤ ਕਰਨੇ, ਪਰ ਜਿਹੜੇ ਜੀ ਗਲਤ ਲੋਕ ਆ ਉਹਨਾਂ ਨੂੰ ਤਾਂ ਜੀ ਕੈਨੇਡਾ ਚ ਡਿਪੋਰਟ ਕੁੜੀਆਂ ਨੂੰ ਕਰਨਾ ਚਾਹੀਦਾ। ਇੱਕ ਦਾ ਤਾਂ ਇਹਨੇ ਵੀਜ਼ਾ ਕੈਂਸਲ ਕਰਾਤਾ, ਦੂਜੇ ਨੂੰ ਇਹਨੇ ਡਿਪੋਰਟ ਕਰਵਾਤਾ, ਤੇ ਇਹਨੂੰ ਡਿਪੋਰਟ ਹੁਣ ਕੌਣ ਕਰੂਗਾ ਜੀ? ਆਈਸੀ ਸਿਸਟਮ ਸਾਡਾ ਜਿਹੜਾ ਆ ਇਹਦੇ ਵਿੱਚ ਸੋਧ ਲਿਆਉਣੀ ਚਾਹੀਦੀ ਹੈ ਇਸ ਕੰਟਰੀ ਦੇ ਵਿੱਚ ਜਿਹੜੀ ਸਰਕਾਰ ਆ। ਹੁਣ ਜੀ ਉਹ ਜਿਹੜੀ ਕੁੜੀ ਵਾਲਾ ਲਵਪ੍ਰੀਤ ਵਾਲਾ ਮਾਮਲਾ ਜੀ, ਉਹ ਆਈ ਟਿਕ ਜਾਣਾ ਵਾ, ਉਹ ਕੁੜੀ ਨੂੰ ਕਿਸੇ ਨੇ ਡਿਪੋਰਟ ਨਹੀਂ ਕਰਨਾ। ਨਹੀਂ ਉਹ ਨਹੀਂ ਟਿਕਣਾ, ਉਹਦਾ ਫਿਕਰ ਕਰੋ, ਉਹ ਨਹੀਂ ਟਿਕਣਾ। ਮੈਂ ਦੱਸਦਾ ਕੀ ਹੈ ਉਹ ਨਹੀਂ ਟਿਕਾਉਣਾ ਨਹੀਂ ਤੁਸੀਂ, ਜੇ ਉਹ ਸੁਣੋ ਗੱਲ ਮੈਂ ਦੱਸ ਸੁਣੋ ਗੱਲ, ਦੁਨੀਆ ਵਾਲੇ ਸੁਣੋ ਗੱਲ, ਮੇਰੇ ਨਾਲ ਜੋਗਿੰਦਰ ਬਾਸ ਸੁਣੋ ਗੱਲ। ਇਹ ਮੈਂ ਪਹਿਲੀ ਗੱਲ ਤਾਂ ਮੈਂ ਡਿਪੋਰਟ ਨਹੀਂ ਕਰਾ ਸਕਦਾ। ਦੂਜੀ ਗੱਲ ਹੈ ਕਿ ਉਹ ਡਿਪੋਰਟ ਸਿਸਟਮ ਨੇ ਕਰਾਉਣਾ। ਸਿਸਟਮ ਕੀ ਆ ਕਿ ਉਹਨੂੰ ਕਲੀਅਰੈਂਸ ਨਹੀਂ ਮਿਲਣੀ, ਔਰ ਇਹ ਕਲੀਅਰੈਂਸ ਜਿਹੜੀ ਆ ਉਹਦਾ ਪਾਸਪੋਰਟ ਜਿਹੜਾ ਹੈ ਇਜ਼ ਗੋਇੰਗ ਟੂ ਬੀ ਕੈਂਸਲਡ, ਔਰ ਭਾਵੇਂ ਕੋਈ ਉਹਦੇ ਕੋਲ ਪਾਸਪੋਰਟ ਆ ਉਹ ਕੈਂਸਲ ਹੋ ਜਾਂਦਾ ਸਿਸਟਮ ਦੇ ਵਿੱਚ। ਦੂਜਾ ਉਹਦੇ ਉੱਪਰ ਮੁਕੱਦਮਾ ਚੱਲਦਾ ਹੈ, ਭਗੌੜਾ ਕਰਾਰ ਹੋ ਗਈ ਆ, ਅਤੇ ਉਹਦੇ ਉੱਪਰ ਉਹਨੂੰ ਪੀਸੀਸੀ ਨਹੀਂ ਮਿਲਣੀ। ਜਿੰਨੇ ਚਿਰ ਤੁਹਾਨੂੰ ਪੀਸੀਸੀ ਕਲੀਅਰ ਨਹੀਂ ਹੁੰਦੀ, ਉਹਨਾਂ ਚਿਰ ਤੁਹਾਨੂੰ ਇਮੀਗ੍ਰੇਸ਼ਨ ਨਹੀਂ ਮਿਲਦੀ। ਫਿਰ ਇਹ ਸਿਸਟਮ ਆ ਉਹਦੇ ਵਿੱਚ ਇਹ ਡਿਪੋਰਟ ਕਰਦੀ ਹੈ। ਇਹ ਨਹੀਂ ਕੱਲ ਨੂੰ ਚੁੱਕ ਕੇ ਬਾਂਹ ਫੜ ਕੇ ਜਹਾਜ਼ ਚੜਾ ਲੈਣਗੇ। ਤੁਸੀਂ ਦੇਖਦੇ ਜਾਓ, ਇਹ ਡਿਪੋਰਟ 3-3 4-4 ਸਾਲ ਲੱਗੇ ਲੱਗ ਜਾਂਦੇ ਡਿਪੋਰਟ ਹੋਣ ਨੂੰ। ਘਬਰਾਓ ਨਾ, ਮੈਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਡਿਪੋਰਟ ਹੋਏ ਨੇ। ਨਹੀਂ ਸਾਨੂੰ ਯਕੀਨ ਹੈ ਤੁਹਾਡੇ ਤੇ। ਨੋ ਪ੍ਰੋਬਲਮ, ਕਿਉਂਕਿ ਇੱਥੇ ਲੋਕ ਡਿਪੋਰਟ ਹੁੰਦੇ ਮੈਂ ਵੇਖੇ ਨੇ, ਅਤੇ ਇੱਕ ਵਿਅਕਤੀ ਨੂੰ ਮੈਂ ਜਾਣਦਾ। ਔਰ ਇਹ ਨਵੇਂ ਵਾਲਿਆਂ ਦੀਆਂ ਜੜਾਂ ਵੱਡੀ ਤੁਰੇ ਆਉਂਦੇ ਆ ਜੀ, ਜਿਹੜਿਆਂ ਨੇ ਹਜੇ ਵਿਚਾਰਿਆਂ ਨੇ ਆਉਣਾ ਵਾ। ਤੁਸੀਂ ਵੇਟ ਕਰੋ, ਉਹ ਲੜਕੀਆਂ ਜਿਹੜੇ ਲੜਕੇ ਆ ਹੀਰਾ ਫੇਰੀ ਕਰਦੇ ਇਮੀਗ੍ਰੇਸ਼ਨ ਨਾਲ। ਇਮੀਗ੍ਰੇਸ਼ਨ ਡਿਪਾਰਟਮੈਂਟ ਜਿਹੜਾ ਹੈ ਡਿਪੋਰਟ ਕਰੂਗਾ, ਇਹਨੂੰ ਮਿਨਿਸਟਰ ਵੀ ਨਹੀਂ ਰੋਕ ਸਕਦਾ। ਬਾਈ ਉਹ ਮੁੰਡੇ ਨੂੰ ਲਿਆਓ ਖਾਈ, ਜਿਹਦੇ ਨਾਲ ਉਹਦੀ ਫੋਟੋ ਵਾਇਰਲ ਹੋਈ ਸੀ, ਉਹ ਮੁੰਡੇ ਨੂੰ ਕਿਸੇ ਤਰੀਕੇ ਨਾਲ ਲਿਆਓ ਜੀ, ਕਿਸੇ ਦਿਨ ਲੈਣ ਲਓ, ਤੇ ਉਹਦਾ ਕੋਈ ਹੈ ਨਹੀਂ ਨੰਬਰ। ਨਹੀਂ ਮੈਂ ਉਹਨੂੰ ਬਸ ਤਰਜੀਹ ਦੇ ਰਿਹਾ, ਕਿਉਂਕਿ ਉਹ ਬਹੁਤ ਕੇਸ 올ਡ ਹੋ ਗਿਆ, ਔਰ ਬੜੀ ਬੇਬਾਨੀ ਵੀ ਆਪਣੇ ਰੋਜ਼ ਨਵੇਂ ਕੇਸ ਆ ਰਹੇ ਨੇ ਇਹਨਾਂ ਦਾ। ਤੁਸੀਂ ਦੇਖੋ ਕਿ ਕੀ ਹਾਲ ਹੈ ਲੋਕਾਂ ਦਾ। ਨੰਬਰ 6 ਕਾਲਰ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਬਾਸੀ ਸਾਹਿਬ ਜੀ। ਹਾਂ ਬਾਸੀ ਸਾਹਿਬ ਜੀ, ਬਹੁਤ ਔਖਾ ਕੈਨੇਡਾ ਦਾ ਜੀ। ਹੁਣ ਇੱਥੇ ਨਾ ਕੈਨੇਡਾ ਦੁਬਈ ਵਾਲਾ ਰੂਲ ਕਰਨਾ ਚਾਹੀਦਾ, ਜਿਹੜਾ ਵੀ ਧੋਖਾਧੜੀ ਕਰਦਾ ਚੌਂਕ 'ਚ ਲਿਆ। ਨੰਬਰ 1 ਕਾਲਰ ਪਲੀਜ਼। ਹੈਲੋ ਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੈਂ ਸਿਰਫ ਤੁਹਾਨੂੰ ਇਹੀ ਕਹਾਂਗੀ, ਠੀਕ ਹੈ ਤੁਸੀਂ ਸਾਰੀ ਗੱਲ ਸੁਣ ਰਹੇ ਹੋ, ਬਟ ਮੇਰਾ ਇਹੀ ਐਡਵਾਈਸ ਹੈ ਕਿ ਪਲੀਜ਼ ਕੁੜੀ ਨਾਲ ਵੀ ਗੱਲ ਕਰਕੇ ਦੇਖੋ ਕਿ ਉਹ ਤੁਹਾਨੂੰ ਕੀ ਕਹਿੰਦੀ। ਕੁੜੀ ਨੰਬਰ ਹੈ ਨਹੀਂ ਸਾਡੇ ਕੋਲ। ਜਿਸ ਤਰ੍ਹਾਂ ਵੀ ਹੈਗਾ, ਪਹਿਲਾਂ ਤੁਸੀਂ ਮੁੰਡੇ ਦਾ ਸੁਣ ਰਹੇ ਹੋ, ਠੀਕ ਹੈ, ਮੁੰਡਾ ਕਹਿ ਰਿਹਾ, ਤੁਸੀਂ ਬਿਲੀਵ ਕਰ ਰਹੇ ਹੋ। ਮੈਂ ਆਈ ਡਿਡਨਟ ਸੇ ਦੈਟ। ਹੋਲਡ ਗੱਲ ਸੁਣੋ ਗੱਲ। ਹਾਂਜੀ ਤੁਹਾਡੇ ਦੇਖੋ ਦੋ ਚੀਜ਼ਾਂ ਕਿੰਨੀ ਜਲਦੀ ਤੁਸੀਂ ਟੈਸਟ ਕਰ ਗਏ ਬੇਟਾ। ਮੈਂ ਨਹੀਂ ਕਰ ਮੈਂ ਕਿ ਵਨ ਸਾਈਡ ਸਟੋਰੀ ਦਾ ਮਤਲਬ ਕਿ ਇਹ ਆਪਣਾ ਪੱਖ ਰੱਖ ਸਕਦੇ ਨੇ, ਰੱਖ ਰਹੇ ਨੇ। ਨਹੀਂ ਮੈਂ ਤੁਹਾਡੀ ਗੱਲ ਤੋਂ ਸਹਿਮਤ ਹਾਂ, ਬਟ ਸਾਨੂੰ ਪਲੀਜ਼ ਕੋਸ਼ਿਸ਼ ਕਰੋ ਕਿ ਕੁੜੀ ਦਾ ਵੀ ਪਹਿਲਾਂ ਪੱਖ ਸੁਣੋ ਕਿ ਕੀ ਉਹ ਤੁਹਾਨੂੰ ਕੀ ਕਹਿਣਾ ਚਾਹ ਰਹੀ ਹੈ। ਹੋ ਸਕਦਾ ਸਮਥਿੰਗ ਰੋਂਗ ਹੋਵੇ, ਤੁਸੀਂ ਇੱਕਦਮ ਹੀ ਤੁਸੀਂ ਸੁਣੀ ਗੱਲ ਉਹਦੀ ਕੁੜੀ ਦੀ ਹੈ ਨਹੀਂ, ਮੁੰਡੇ ਦਾ ਤੁਸੀਂ ਸਾਰੀ ਸੁਣ ਲਿਆ ਪੱਖ, ਰਾਈਟ। ਹੋ ਸਕਦਾ ਕਿਤੇ ਨਾ ਕਿਤੇ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ ਕਿ ਮੁੰਡਾ ਹੋਵੇ ਰੋਂਗ। ਜਦ ਤੱਕ ਤੁਸੀਂ ਕੁੜੀ ਦੀ ਗੱਲ ਨਹੀਂ ਸੁਣੋਗੇ, ਕਹਿੰਦੇ ਤੁਹਾਡੀ ਦੋਨੋਂ ਹੱਥਾਂ ਨਾਲ ਵੱਜਦੀ ਹੈ। ਸੁਣੋ ਗੱਲ ਭੈਣ ਜੀ, ਸੁਣੋ ਗੱਲ। ਯੂ ਆਰ ਦੀ ਫਸਟ ਵੂਮਨ। ਤੁਸੀਂ ਜਿਹੜੇ ਤੁਹਾਡੀ ਗੱਲਾਂ ਵਿੱਚ ਐਲੀਗੇਸ਼ਨ, ਤੁਹਾਡੀ ਟਿਊਨ ਟੋਟਲੀ ਚੇਂਜ ਹੈ। ਲਿਸਨ ਟੂ ਮੀ ਕੇਅਰਫੁਲ, ਧਿਆਨ ਨਾਲ ਸੁਣੋ ਮੇਰੀ ਗੱਲ ਬੇਟਾ। ਤੁਸੀਂ ਕਦੋਂ ਕੈਨੇਡਾ ਚ ਆਏ ਹੋ, ਤੁਹਾਡਾ ਪੇਸ਼ਾ ਕੀ ਹੈ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ, ਜਿਸ ਇੱਕ ਪਾਸੇ ਰੱਖ ਕੇ ਤੁਸੀਂ ਮੇਰੀ ਗੱਲ ਸੁਣੋ। ਹੋਸਟ ਦੀ ਮੈਂ ਹੋਸਟ ਵਿੱਚ ਹਾਂ, ਮੈਂ ਇੱਕ ਜਰਨਲਿਸਟ ਹਾਂ। ਤੁਸੀਂ ਮੇਰੇ ਕੋਲ ਚਾਹੇ ਤੁਹਾਡੀ ਉਮਰ ਨਹੀਂ ਹੋਣੀ ਜਿੰਨੇ ਚਿਰ ਮੈਂ ਇਹ ਬ੍ਰੌਡਕਾਸਟ ਕਰ ਦਿਨ ਹੋ ਗਿਆ। ਸਾਡੇ ਕੋਲ ਪੂਰੇ ਪੱਖ ਅਸੀਂ ਲੈ ਕੇ ਅਸੀਂ ਇਨਵੈਸਟੀਗੇਟ ਕਰਕੇ ਸਟੋਰੀ ਨੂੰ ਕਵਰ ਕਰਦੇ ਹਾਂ। ਔਰ ਇਹ ਸਟੋਰੀ ਸੁਣੋ ਗੱਲ ਵਨ ਸਾਈਡਡ ਹੈ, ਪਰ ਇਹ ਸ਼ਾਦੀ ਹੋਈ ਹੈ ਕੋਰਟ ਦੇ ਵਿੱਚ, ਇਹ ਰਜਿਸਟਰ ਹੋਈ ਆ। ਔਰ ਦੂਜੇ ਪਾਸੇ ਇੱਕ ਲੜਕਾ ਜੋ ਤੋਂ ਪੈਸੇ ਲਏ ਆ, ਤੁਹਾਨੂੰ ਸ਼ਾਇਦ ਅਸੀਂ ਨਹੀਂ ਦੱਸਣਾ ਚਾਹੁੰਦੇ, ਕੁਝ ਚੀਜ਼ਾਂ ਅਸੀਂ ਆਲਰੇਡੀ ਇਨਵੈਸਟੀਗੇਟ ਕਰ ਚੁੱਕੇ ਹਾਂ, ਪਰ ਉਹ ਬੱਚੇ ਦਾ ਫੋਨ ਬੰਦ ਆ ਰਿਹਾ। ਔਰ ਅਸੀਂ ਉਹ ਵੀ ਚੈੱਕ ਕੀਤਾ ਹੈ ਕਿ ਉਹਦੇ ਨਾਲ ਇਹਦੀ ਜਿਹੜੀ ਸ਼ਾਦੀ ਹੋਈ ਸੀ ਤਾਂ ਉਹਨਾਂ ਨੂੰ ਇਮੀਗ੍ਰੇਸ਼ਨ ਰਿਪੋਰਟ ਕੀਤਾ ਬਿਕੋਜ਼ ਆਫ ਹਰ। ਔਰ 1 ਸਾਲ ਦੇ ਵਿੱਚ ਉਹ ਸ਼ਾਦੀ ਕੀਤੀ ਹੈ। ਮੈਂ ਕੱਚੀਆਂ ਗੋਲੀਆਂ ਨਹੀਂ ਖੇਡਦਾ ਬੇਟਾ, ਤੁਸੀਂ ਹਾਲੇ ਬੱਚੇ ਹੋ ਔਰ ਤੁਸੀਂ ਸੁਣਿਆ ਕਰੋ। ਔਰ ਤੁਸੀਂ ਨੋ ਯੂ ਕਾਂਟ ਪੁੱਟ ਬਲੇਮ ਟੂ ਮੀ। ਤੁਸੀਂ ਆ ਨਹੀਂ ਕਰਦੇ, ਤੁਸੀਂ ਆ ਨਹੀਂ ਕਰਦੇ। ਆਈ ਨੋ ਵਾਟ ਆਈ ਐਮ ਡੂਇੰਗ। ਨਹੀਂ ਨੋ ਆਈ ਐਮ ਨਾਟ ਬਲੇਮਿੰਗ ਯੂ ਐਟ ਆਲ। ਤੁਹਾਡੇ ਮੈਂ ਪ੍ਰੋਗਰਾਮ, ਤੁਸੀਂ ਹਮੇਸ਼ਾ ਤੁਹਾਡਾ ਪ੍ਰੋਗਰਾਮ ਸੁਣਿਆ। ਆਈ ਗਿਵ ਰਿਸਪੈਕਟ, ਆਲਵੇਜ਼ ਆਈ ਗਿਵ ਦ ਰਿਸਪੈਕਟ। ਕਿਉਂਕਿ ਭੈਣ ਜੀ ਤੁਸੀਂ ਕਿਉਂਕਿ ਸੁਣੋ ਗੱਲ, ਤੁਸੀਂ ਮੇਰੇ ਸਤਿਕਾਰ, ਤੁਸੀਂ ਮੇਰੇ ਸਿਰ ਦੇ ਤਾਜ ਹੋ। ਮਿਲਣ ਮੀਤ ਨਾਲ ਸਾਡੀ ਆਲਰੇਡੀ ਗੱਲ ਹੋਈ ਆ। ਅੱਛਾ ਜੀ।
ਕਿਉਂਕਿ ਅਸੀਂ ਹਰ ਚੀਜ਼ਾਂ ਨਹੀਂ ਡਿਸਕਲੋਜ਼ ਕਰ ਸਕਦੇ। ਮਿਲਨ ਮੀਤ ਨਾਲ ਗੱਲ ਹੋਈ ਹੈ, ਅਸੀਂ ਚੈੱਕ ਕੀਤਾ ਹੈ, ਅਸੀਂ ਪੁਲਿਸ ਨਾਲ ਚੈੱਕ ਕੀਤਾ ਹੈ, ਅਸੀਂ ਐਸਐਸਪੀ ਆਫਿਸ ਕੀਤਾ ਕਿ ਹਾਂ ਇਸ ਪਿੰਡ ਦਾ ਮੁੰਡਾ ਹੀ ਹੈ। ਫਿਰ ਅਸੀਂ ਸਰਪੰਚ ਨਾਲ ਗੱਲ ਕੀਤੀ ਕਿ ਤੁਹਾਡੇ ਪਿੰਡ ਦਾ ਮੁੰਡਾ ਹੈ ਤੇ ਫਾਦਰ ਦਾ ਨਾਮ ਕੀ ਹੈ। ਫਿਰ ਚੈੱਕ ਕੀਤਾ ਕਿ ਡਿਪੋਰਟੇਸ਼ਨ ਆਰਡਰ ਦੇ ਨਾਲ ਕਾਪੀ ਆਈ ਹੈ, ਉਹ ਡਿਪੋਰਟ ਹੋਇਆ। ਫਿਰ ਉਹਨੇ ਦਿਖਾਇਆ ਕਿ ਮੇਰਾ ਨਾਲ ਵਿਆਹ ਹੋਇਆ। ਫਿਰ ਇਮੀਗ੍ਰੇਸ਼ਨ ਰਿਪੋਰਟ ਕੀਤਾ, ਉਹ ਸਾਰੇ ਚੈੱਕ ਕਰ ਲਿਆ ਕਿ ਇਸ ਕੁੜੀ ਨੇ ਸਾਲ ਦੇ ਵਿੱਚ ਜਾ ਕੇ ਸ਼ਾਦੀ ਕਰਾਈ ਹੈ ਔਰ ਇਹ ਕਹਿ ਰਿਹਾ ਕਿ ਪੈਸੇ ਲਏ ਆ। ਇਹਦੇ ਬਾਰੇ ਵਿੱਚ ਉਹ ਵੀ ਕਹਿੰਦਾ ਪੈਸੇ ਲਏ ਆ। ਉਹ ਪੈਸਾ ਨਾ ਸਾਡੇ ਕੋਲ ਪ੍ਰੂਫ ਨਹੀਂ ਹੈ, ਇਹ ਕਹਿ ਰਹੇ ਨੇ। ਬਟ ਠੀਕ ਹੈ, ਨਹੀਂ ਠੀਕ ਹੈ, ਜੇ ਤੁਹਾਡੀ ਜੇ ਇੰਨਾ ਹੈਗਾ ਤਾਂ ਦੈਨ ਫਿਰ ਇਹ ਕੁੜੀ ਨੂੰ ਸਜ਼ਾ ਮਿਲਣੀ ਚਾਹੀਦੀ। ਫਿਰ ਦੈਨ ਇਹਦੇ ਤੇ ਕੋਈ ਐਕਸ਼ਨ ਚੱਕੋ। ਅਸੀਂ ਕੱਚੀਆਂ ਗੋਲੀਆਂ ਕਦੇ ਨਹੀਂ ਖੇਡਦੇ, ਅਸੀਂ ਕਦੇ ਵੀ ਜ਼ਿੰਦਗੀ ਨਹੀਂ ਕਿਸੇ ਬਰਬਾਦ ਕਰਦੇ। ਤੁਸੀਂ ਮੇਰੇ ਸਤਿਕਾਰਯੋਗ ਹੋ, ਫਾਰ ਯੂ ਕਾਈਂਡ ਇਨਫੋਰਮੇਸ਼ਨ। ਅਸੀਂ ਸਟੋਰੀ ਨੂੰ ਜਦੋਂ ਆਉਂਦੀ ਹੈ ਅਸੀਂ ਕਈ ਦਿਨ ਕਈ ਮਹੀਨੇ ਲੱਗ ਜਾਂਦੇ ਨੇ ਸਟੋਰੀ ਨੂੰ ਅਸੀਂ ਪ੍ਰਪੇਅਰ ਕਰਨ ਦੇ ਵਾਸਤੇ। ਕਿੰਨਾ ਭੈਣ ਜੀ ਹੋਮਵਰਕ ਕਰਨਾ ਪੈਂਦਾ। ਅਦਬ ਜਿਹੜਾ ਹੈ ਸਾਡੀ ਬ੍ਰਾਡਕਾਸਟਿੰਗ ਦਾ ਕਾਇਮ ਰਹੇਗਾ। ਮਿਹਰਬਾਨੀ। ਹਾਂਜੀ ਨਹੀਂ ਸੌਰੀ ਬਟ ਮੈਨੂੰ ਪੂਰੀ ਸਟੋਰੀ ਪਤਾ ਨਹੀਂ ਸੀ ਪਹਿਲਾਂ। ਮੈਂ ਤਾਂ ਅੱਗੇ ਲੈ ਰਿਹਾ ਆਪ ਜੀ ਤੋਂ ਲਾਈਨ ਤੇ ਦੂਸਰੀ ਜਾਣ। ਨਹੀਂ ਫਿਰ ਜੇ ਇਸ ਤਰ੍ਹਾਂ ਦੀ ਗੱਲ ਹੈ ਤਾਂ ਭਾਜੀ ਫਿਰ ਤੇ ਕਵਾਂਗੇ ਕੁੜੀ ਨੂੰ ਪੂਰੀ ਲੇਕਿਨ ਸਜ਼ਾ ਮਿਲਣੀ ਚਾਹੀਦੀ। ਯੈਸ ਇਟਸ ਟਰੂ, ਇਹ 100% ਟਰੂ ਹੈ। ਕੁੜੀ ਨੇ ਸ਼ਾਦੀ ਕੀਤੀ ਹੈ। ਮਿਹਰਬਾਨੀ। ਹਾਂਜੀ ਮੈਂ ਆਗਿਆ ਦਿਓ ਮੈਨੂੰ ਆਪ ਜੀ। ਠੀਕ ਹੈ ਜੀ, ਓਕੇ, ਥੈਂਕ ਯੂ। ਨੰਬਰ 3 ਕਾਲਰ ਪਲੀਜ਼। ਹੈਲੋ ਬਾਕੀ ਸਤਿ ਸ਼੍ਰੀ ਅਕਾਲ ਜੀ। ਬਾਕੀ ਮੁੰਡਾ ਬਿਲਕੁਲ ਰਾਈਟ ਹੈ ਜੀ, ਇਹਦੀ ਹੈਲਪ ਕਰੋ ਮੁੰਡੇ ਦੀ। ਬਾਕੀ ਜੇ ਇਹਨੂੰ ਤੁਹਾਡੀ ਕਚਹਿਰੀ ਚੋਂ ਉਹਨੂੰ ਜੇ ਇਨਸਾਫ ਨਹੀਂ ਨਾ ਮਿਲਿਆ, ਬਸ ਜੀ ਇਹਨੂੰ ਕਿਤੇ ਵੀ ਵਿਚਾਰੇ ਨੂੰ ਇਨਸਾਫ ਨਹੀਂ ਮਿਲਣਾ। ਬਸ ਜੀ ਇੱਕ ਤੁਹਾਡੀ ਕਚਹਿਰੀ ਹੈ ਜਿੱਥੇ ਸਾਰਿਆਂ ਨੂੰ ਇਨਸਾਫ ਮਿਲਦਾ। ਲਾਸਟ ਕਾਲਰ ਕਹਿ ਕੇ ਗਿਆ ਸੀ ਕਿ ਇੱਥੇ ਤਾੜੀ ਇੱਕ ਹੱਥ ਨਾਲ ਵੱਜਦੀ। ਇੱਥੇ ਦੀਆਂ ਕੁੜੀਆਂ ਜਿਹੜੀਆਂ ਕਲੈਣੀਆਂ ਨਾ ਕੈਨੇਡਾ ਸਾਰੀਆਂ ਨਹੀਂ, ਕਈ ਇਦਾਂ ਦੀਆਂ ਇਹ ਤਾੜੀਆਂ ਇੱਕ ਹੱਥ ਨਾਲ ਵਜਾਉਂਦੀਆਂ ਬਸ ਜੀ। ਥੈਂਕ ਯੂ। ਨੰਬਰ 4 ਕਾਲਰ ਪਲੀਜ਼। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਇਹ ਇੰਦਰਜੀਤ ਨੇ ਦੱਸਿਆ ਵਾ ਉਦਾਂ ਤਾਂ ਮਤਲਬ ਇਹਦੀ ਫਰਾਡ ਹੀ ਕੀਤਾ ਰਜਨ ਨੇ। ਇਹਨਾਂ ਦੀ ਸਟੋਰੀ ਦੇ ਅਕੋਰਡਿੰਗ ਪਹਿਲਾਂ ਉਹਨੇ ਇੰਦਰਜੀਤ ਨਾਲ ਕੀਤਾ ਤੇ ਫਿਰ ਮਿਲਨ ਮੀਤ ਨਾਲ ਕੀਤਾ ਤੇ ਉਸ ਤੋਂ ਬਾਅਦ ਹੁਣ ਇਮੀਗ੍ਰੇਸ਼ਨ ਨਾਲ ਕਰ ਰਹੀ ਹੈ। ਚੌਥਾ ਕਲੀਅਰ ਹੋ ਗਿਆ। ਇਹ ਸਿਸਟਮ ਨੂੰ ਬਿਲਕੁਲ ਖਰਾਬ ਕਰ ਰਿਹਾ ਸਰ। ਤੇ ਜੇ ਹੋ ਸਕਦਾ ਸਰ ਜੇ ਤੁਸੀਂ ਲਾ ਸਕਦੇ ਹੋ ਇਹਨਾਂ ਦੋਨਾਂ ਦੀ ਇੰਦਰਜੀਤ ਤੇ ਰਜਨ ਦੀ ਫੋਟੋ ਵਿਆਹ ਵਾਲੀ ਤੇ ਮਿਲਨ ਮੀਤ ਤੇ ਜੇ ਉਹਦੀ ਮਤਲਬ ਰਜਨ ਦੀ ਫੋਟੋ ਹੈਗੀ ਆ ਇਕੱਠੇ ਲਾ ਦਿਓ ਤੇ ਤੀਸਰਾ ਬੰਦਾ ਬਚ ਜਾਊਗਾ ਸਰ ਫਰਾਡ ਹੋਣ। ਇਹ ਕਾਰਨ ਕੀ ਕਿ ਹਾਲੇ ਚਾਰजेस ਲੇਟ ਹੋਣ ਦਿਓ ਔਰ ਅਸੀਂ ਕੁਝ ਦਿਨ ਵਿੱਚ ਚਾਰਜ ਲੇਟ ਹੋ ਗਏ। ਅਸੀਂ ਦੁਬਾਰਾ ਇਸ ਸਟੋਰੀ ਨੂੰ ਰੀਕੈਪ ਕਰਾਂਗੇ। ਮੈਂ ਸਟੋਰੀ ਹੁਣ ਇਹਨਾਂ ਨਹੀਂ ਕਰਨੀ, ਮੈਂ ਸਟੋਰੀ ਕਰਨੀ ਮਿਲਨ ਮੀਤ ਨਾਲ ਕਰਾਂਗਾ ਸਰ। ਉਹ ਫਰਾਡ ਮੈਂ ਹਾਂ ਮਿਲਨ ਮੀਤ ਨਾਲ ਸਟੋਰੀ ਕਰਕੇ ਕਵਰ। ਤੇ ਮਿਲਨ ਮੀਤ ਤੋਂ ਵੀ ਇੱਕ ਮੈਂ ਇੱਕ ਐਪਲੀਕੇਸ਼ਨ ਦਵਾਵਾਂਗਾ। ਮਿਲਨ ਮੀਤ ਦੀ ਤੇ ਫੋਟੋ ਇਹ ਰੰਜਨਦੀਪ ਦੀ ਉਦੋਂ ਲਾਵਾਂਗੇ ਔਰ ਕੁਝ ਦਿਨਾਂ ਬਾਅਦ ਜਦੋਂ ਇੱਥੇ ਚਾਰਜ ਲੱਗੇ ਇੰਡੀਆ ਵਿੱਚ। ਠੀਕ ਹੈ, ਦੋਨੇ ਫੋਟੋਆਂ ਇਕੱਠੇ ਲਾਇਓ ਸਰ, ਦੋਨੇ ਹਸਬੰਡ ਦੇ ਨਾਲ ਉਹਦੀ ਕੁੜੀ ਦੀ। ਮਿਹਰਬਾਨੀ ਜੀ। ਦਿਖਾਵਾਂਗੇ ਕਿ ਇੱਕ ਕੁੜੀ ਕਿੰਨਿਆਂ ਨੇ ਵਿਆਹੀ ਹੈ। ਹਾਂਜੀ ਥੈਂਕ ਯੂ। ਨੰਬਰ 3 ਕਾਲਰ ਪਲੀਜ਼। ਹੈਲੋ ਨੰਬਰ 3 ਕਾਲਰ। ਹਾਂਜੀ ਸਰ, ਬਾਤੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜੀ ਸਰ ਮੈਂ ਇਹੀ ਕਹਿਣਾ ਚਾਹਣਾ ਕਿ ਮੁੰਡੇ ਨਾਲ ਬਹੁਤ ਧੋਖਾ ਲੱਗਦਾ ਹੋਇਆ ਹੈ, ਇਹਦਾ ਇਨਸਾਫ ਜ਼ਰੂਰ ਕਰੋ ਸਰ। ਥੈਂਕ ਯੂ ਸੋ ਮਚ। ਔਰ ਦੱਸੀ ਕਿ ਅਸੀਂ ਜਦੋਂ ਕੋਈ ਸਟੋਰੀ ਕਰਦੇ ਕਵਰ ਤੇ ਕਲੈਣੀ ਆ, ਫਿਰ ਲੱਭਦੀ ਆ ਕਿ ਕੌਣ ਆ, ਇਹਨਾਂ ਨੂੰ ਲੈ ਕੇ ਆਵਾਂ ਜੀ, ਆਹ ਕਰਾਂ ਜੀ, ਫਿਰ ਗਾਈਡ ਕਰਦੀ ਆ, ਫਿਰ ਵਕੀਲ ਬਣਦੀ ਆ, ਖੁਦ ਉਹਦੇ ਉੱਪਰ ਚਾਰਜ ਲੱਗੇ ਹੋਏ ਨੇ। ਸੋ ਕਲੈਣੀ ਤੂੰ ਬੈਠੀ ਰਹਿ, ਲੈਟ ਅਸ ਡੂ। ਔਰ ਤੈਨੂੰ ਕਾਨੂੰਨ ਜਿਹੜਾ ਹੈ ਤੂੰ ਡਿਸਟਰਬ ਕਰਦੀ ਆ, ਹਰਾਸਮੈਂਟ ਵਿੱਚ ਵੀ ਤੇਰੇ ਤੇ ਚਾਰਜ ਅਸੀਂ ਲਵਾ ਸਕਦੇ ਆ। ਕੋਈ ਬੰਦਾ ਕਿਸੇ ਨੂੰ ਹਰਾਸਮੈਂਟ ਕਰਦਾ ਤੁਸੀਂ ਪੁਲਿਸ ਨੂੰ ਇਨਫਾਰਮ ਕਰ ਸਕਦੇ ਹੋ ਔਰ ਅਸੀਂ ਪੁਲਿਸ ਨੂੰ ਦੱਸ ਚੁੱਕੇ ਹਾਂ। ਮੈਂ ਆਰਸੀਪੀ ਨੂੰ ਇਨਫਾਰਮ ਕਰ ਚੁੱਕਾ। ਅਗਰ ਕਲੈਣੀ ਜੇ ਸਾਨੂੰ ਡਿਸਟਰਬ ਕਰੂਗੀ ਸੋ ਸਾਹਿਬ ਵੀ ਹੈਵ ਟੂ ਬੀ ਹਰਾਸਮੈਂਟ ਚਾਰजेस ਜਿਹੜੇ ਨੇ ਅਸੀਂ ਕੋਰਟ ਵਿੱਚ ਜਾ ਕੇ ਲਵਾ ਸਕਦੇ ਇਸ ਕਲੈਣੀ ਦੇ। ਹਾਂਜੀ ਕਲੈਣੀ ਇੱਕ ਲੜਕਾ ਹੈ ਇੰਡੀਆ ਦੇ ਵਿੱਚ, ਨਿੱਕੂ, ਉਹਨੂੰ ਤੰਗ ਕਰਦੀ ਹੈ। ਉਹਨੂੰ ਕਹਿੰਦੀ ਜੀ ਉਹਨੂੰ ਪਿਆਰ ਦੀ ਗੱਲਾਂ ਕਰਦੀ। ਉਹ ਕਹਿੰਦੀ ਮੈਂ ਤਾਂ ਵਿਆਹ ਭਰਿਆ ਆ, ਕਹਿੰਦੀ ਮੇਰੇ ਕੋਲ ਹੈਲੀਕਾਪਟਰ ਹੈ ਜੀ, ਮੇਰੇ ਕੋਲ ਆਇਆ ਔਰ ਇੱਥੇ ਇੱਕ ਕਮਰੇ ਵਿੱਚ ਰਹਿੰਦੀ ਹੈ ਜਿੱਥੇ ਗੱਦਾ ਥੱਲੇ ਸਿੱਟਿਆ ਉੱਪਰ ਜਿਹੜੀ ਲੇਟਦੀ ਹੈ। ਸੋ ਦੇਖੋ ਕਿ ਇਹੋ ਜਿਹੀਆਂ ਕਈ ਕੁੜੀਆਂ ਕਲੈਣੀਆਂ ਜਿਹੜੀਆਂ ਕਿ ਸਿਸਟਮ ਡਿਸਟਰਬ ਕਰਦੀਆਂ, ਹੇਰਾ ਫੇਰੀ ਕਰਦੀਆਂ। ਹਾਂਜੀ ਨੰਬਰ 1 ਕਾਲਰ ਪਲੀਜ਼। ਕਰਨ ਲਾਈਨ ਤੇ ਤੁਸੀਂ ਕਰਨਵੀਰ। ਸਤਿ ਸ੍ਰੀ ਅਕਾਲ ਬਾਤੀ ਸਾਹਿਬ। ਜੀ ਜੋਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਬਾਤੀ ਸਾਹਿਬ ਮੈਂ ਇਹੀ ਕਹਿਣਾ ਜੀ ਇੱਥੇ ਕਲੈਣੀਆਂ ਨੇ ਬਹੁਤ ਜ਼ਿਆਦਾ ਗੰਦ ਪਾਇਆ। ਇਹ ਸਿਸਟਮ ਸਾਰੇ ਨੂੰ ਡਿਸਟਰਬ ਕਰ ਦਿੱਤਾ, ਇਹਨਾਂ ਨੇ ਬੇੜਾ ਗਰਕ ਕਰਤਾ ਬਾਤੀ ਸਾਹਿਬ ਇਹਨਾਂ ਨੇ ਕੈਨੇਡਾ ਦਾ ਜੀ। ਮੈਂ ਤਾਂ ਇਹੀ ਕਹਿਣਾ ਚਾਹਣਾ ਜੀ ਇਹਨਾਂ ਨੂੰ ਇੱਥੋਂ ਡਿਪੋਰਟ ਕਰਨਾ ਚਾਹੀਦਾ। ਜਿਹੜੀਆਂ ਵੀ ਇੱਥੇ ਆ ਕੇ ਗੰਦ ਪਾਉਂਦੀਆਂ ਨੇ ਇੰਡੀਆ ਤੋਂ ਵਿਆਹ ਕਰਾ ਕੇ ਇੱਥੇ ਬॉयਫ੍ਰੈਂਡ ਰੱਖ ਲੈਂਦੀਆਂ ਨੇ। ਬਾਸੀ ਸਾਹਿਬ ਬਹੁਤ ਜ਼ਿਆਦਾ ਸਿਸਟਮ ਡਿਸਟਰਬ ਕਰਦਾ ਜੀ। ਮਾਵਾਂ ਦੇ ਪੁੱਤ ਮਰ ਰਹੇ ਆ ਜੀ, ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈਗੀ, ਬੇਸ਼ਰਮ ਹੋ ਚੁੱਕੀਆਂ ਜੀ। ਮੈਂ ਤਾਂ ਇਹੀ ਕਹਿਣਾ ਚਾਹਣਾ ਬਾਸੀ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਜੇ, ਮੈਂ ਤੁਹਾਡਾ ਬਹੁਤ ਵੱਡਾ ਫੈਨ ਆ। ਧੰਨਵਾਦ ਬਾਸੀ ਸਾਹਿਬ। ਮਿਹਰਬਾਨੀ। ਸਾਨੂੰ ਤੁਹਾਡੇ ਵੱਲੋਂ ਮਤਲਬ ਕੀ ਕਹਿੰਦੇ ਆਸ਼ੀਰਵਾਦ ਸਮਝੋ, ਸਪੋਰਟ ਸਮਝੋ ਔਰ ਤੁਹਾਡੇ ਵੱਲੋਂ ਸਾਨੂੰ ਹਮੇਸ਼ਾ ਹੀ ਤੁਹਾਨੂੰ ਤਜਰਬਾ ਆ। ਮੇਰੀ ਤਾਂ ਉਨੀ ਉਮਰ ਵੀ ਨਹੀਂ ਹੈਗੀ ਗੀ, ਪਰ ਮੈਂ ਤੁਹਾਡਾ ਰੋਜ਼ ਸ਼ੋਅ ਸੁਣਨਾ, ਟਰੱਕ ਚਲਾਈਦਾ ਆ। ਪਰ ਪਹਿਲੀ ਵਾਰੀ ਅੱਜ ਤੁਹਾਨੂੰ ਮੈਂ ਕਾਲ ਲਾਈ ਹੈ। ਤੁਸੀਂ ਬਹੁਤ ਵਧੀਆ ਕੰਮ ਕਰਦੇ ਪਏ ਜੇ। ਸਿੱਧੂ ਭਾਜੀ ਬਹੁਤ ਵਧੀਆ ਕੰਮ ਕਰਦੇ ਜੇ। ਏਦਾਂ ਹੀ ਖਿੱਚ ਕੇ ਰੱਖੋ। ਜਿਹੜੀਆਂ ਕਲੈਣੀਆਂ ਨੇ ਨਾ ਜਿਹੜੇ ਤੇ ਟਿੱਡੀ ਮੁੱਛੇ ਬੋਲਦੇ ਆ, ਟਿਕਟੋਕਾਂ ਦੇ ਬਹੁਤ ਬਕਵਾਸ ਕਰਦੇ ਆ ਬਾਸੀ ਸਾਹਿਬ, ਬਾਅਦ ਚੋਂ ਕਮੈਂਟ ਕਰੀਦਾ, ਬਾਅਦ ਸਾਨੂੰ ਬਲੌਕ ਕਰ ਦਿੰਦੇ ਆ।
ਇਹਨਾਂ ਨੇ ਬਹੁਤ ਗੰਦ ਪਾਇਆ ਜੀ ਇੱਥੇ। ਇਹਨਾਂ ਨੂੰ ਬਸ ਜੀ ਇਹਨਾਂ ਦੇ ਚਾਰਜਸ ਕਰਵਾ ਦਿਓ ਬਸ, ਮੈਂ ਤਾਂ ਇਹੀ ਕਹਿਣਾ ਚਾਹੁੰਦਾ। ਔਰ ਉੱਥੇ ਜਿਹੜੀ ਕਲੈਣੀ ਉੱਥੇ ਚਾਰਜ ਆਲਰੇਡੀ ਪੁਲਿਸ ਲਾ ਚੁੱਕੀ ਆ। ਔਰ ਹੁਣ ਜਿਹੜਾ ਟਿੱਡਾ ਮੱਛਰ ਰਹਿ ਗਿਆ, ਅਸੀਂ ਕੁਝ ਨਹੀਂ ਕਹਿਣਾ, ਚੁੱਪ ਦੇ ਵਿੱਚ ਬਹੁਤ ਕੁਝ ਹੈ। ਤੁਸੀਂ ਵੇਖੋ ਸਹੀ, ਇਹ ਜਿਹੜੀ ਮੇਰੀ ਚੁੱਪ ਹੈ ਨਾ, ਇਹ ਇੱਕ ਮੈਂ ਗੁਰੂ ਗ੍ਰੰਥ ਸਾਹਿਬ ਮੰਨਣ ਵਾਲਾ ਤਾਂ ਸੂਰਜ ਦੀਆਂ ਜਾਂ ਸ਼ਾਮ ਦੀਆਂ ਜਾਂ ਦੁਪਹਿਰ ਦੀਆਂ ਤੇਜ਼ ਕਰਨ ਵਿੱਚ ਕਿਸੇ ਵੇਲੇ ਵੀ ਘੰਟੀ ਖੜਕ ਜਾਵੇਗੀ ਕਿ ਟਿੱਡੀ ਮੱਛਾ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਆ, ਆਪਣੀ ਕੀਤੀਆਂ ਹੋਈ ਗਲਤੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਜਾ ਕੇ ਮਾਫੀ ਮੰਗੇਗਾ। ਸਾਡੇ ਕੋਲ ਨਹੀਂ, ਅਸੀਂ ਕੌਣ ਹੁੰਦੇ ਮਾਫੀ ਮੰਗਾਉਣ ਵਾਲੇ? ਸਭ ਤੋਂ ਵੱਡਾ ਸਾਡਾ ਪਿਤਾ ਹੈ ਗੁਰੂ ਗ੍ਰੰਥ ਸਾਹਿਬ ਜੀ। ਸਾਡਾ ਮੇਰਾ ਸਭ ਤੋਂ ਵੱਡਾ ਬਾਪ ਗੁਰੂ ਗ੍ਰੰਥ ਸਾਹਿਬ ਜੀ ਹੈ। ਅਸੀਂ ਉਹਦੇ ਛੋਟੇ ਜਿਹੇ ਨਿਮਾਣੇ ਸੇਵਾਦਾਰ ਹੈ। ਔਰ ਦੱਸੀਏ ਕਿ ਮੈਂ ਆਪਣੇ ਧਰਮ ਦਾ ਬਹੁਤ ਜ਼ਿਆਦਾ ਸਤਿਕਾਰ ਕਰਦਾ, ਧਰਮ ਪ੍ਰਤੀ ਸ਼ਰਧਾ ਵੀ ਰੱਖਦਾ ਅਤੇ ਹਮੇਸ਼ਾ ਹੀ ਤੁਸੀਂ ਜਾਣਦੇ ਹੋ ਕਿ ਮੈਨੂੰ ਖੁਸ਼ੀ ਹੁੰਦੀ ਹੈ 40 ਸਾਲਾਂ ਤੋਂ ਸੰਗਰਾਮ ਮਹੀਨੇ ਨਾਮ ਸਰਵਣ ਕਰਾ ਕੇ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਤੁਹਾਡੇ ਤੱਕ ਇਨਫੋਰਮੇਸ਼ਨ ਸਾਂਝੀ ਕਰਕੇ ਅਤੇ ਵੱਖ-ਵੱਖ ਜਦੋਂ ਵੀ ਪ੍ਰੋਗਰਾਮ ਹੁੰਦੇ ਨੇ ਸਿੱਖ ਸੰਗਤਾਂ ਦੇ ਵਿੱਚ ਉਤਸ਼ਾਹ ਭਰ ਕੇ ਅਤੇ ਹਰ ਦੂਜੇ ਧਰਮ ਦਾ ਵੀ ਅਸੀਂ ਜਿਹੜਾ ਹੈ ਉਹ ਪੂਰਾ ਖੂਬ ਸਤਿਕਾਰ ਕਰਦੇ ਹਾਂ ਤੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਸਤਿਕਾਰ ਕਰੋ। ਔਰ ਟਿੱਡੀ ਮੱਛਾ ਵੀ ਬਹੁਤ ਜਲਦੀ ਜਿਹੜੀ ਪੁਲਿਸ ਉਸ ਨੂੰ ਕਾਨੂੰਨ ਦੇ ਮੁਤਾਬਕ ਅਰੈਸਟ ਕਰੇਗੀ। ਜਸਟ ਵੇਟ, ਅੱਗੇ ਵੀ ਹੋ ਚੁੱਕਾ ਇਹ ਟਿੱਡੀ ਮੱਛਾ। ਹਾਂਜੀ, ਨੰਬਰ 5 ਕਾਲਰ ਪਲੀਜ਼। ਹੈਲੋ ਜੀ, ਤੁਸੀਂ ਲਾਈਨ ਤੇ ਸਟਾਰ ਵੈਨਕੂਵਰ ਤੋਂ। ਕੀ ਚੱਲ ਰਿਹਾ ਇਹਦੇ ਵਿੱਚ? ਨਹੀਂ ਦੇਖੋ, ਅਸੀਂ ਇਹ ਜਿਹੜੀ ਲੜਕੀ ਹੈ ਸਾਡੀ ਧੀਆਂ ਵਰਗੀ ਹੈ ਕਿ ਰਜਨਦੀਪ, ਸਾਨੂੰ ਬੇਟਾ ਕਾਲ ਕਰੋ, ਆਪਣਾ ਪੱਖ ਰੱਖੋ ਔਰ ਸਾਡੇ ਪਾਸ ਪ੍ਰੂਫ ਹੈ ਪੁਖਤਾ ਜਿਸ ਕਰਕੇ ਅਸੀਂ ਪ੍ਰੋਸੀਡ ਕੀਤੀ ਹੈ, ਕਿਉਂਕਿ ਤੁਸੀਂ ਮਿਲਨ ਮੀਤ ਨਾਲ ਸ਼ਾਦੀ ਕੀਤੀ ਦੇ ਵੀ ਡਾਕੂਮੈਂਟ ਸਾਡੇ ਕੋਲ ਹੈ। ਤੀਜੇ ਵਿਆਹ ਦੇ ਬਾਰੇ ਵਿੱਚ ਹਾਲੇ ਸਾਡੇ ਪਾਸ ਆਉਣੀਆਂ ਖਬਰਾਂ ਬਾਕੀ ਨੇ। ਇਹਦਾ ਬਸ ਤਾਂ ਇੱਥੇ ਕਹਿ ਰਹੀ ਆ ਵੀ ਕਿਹੜਾ ਮਿਲਨਜੀਤ ਮੁੰਡਾ ਉਹ ਵਾਲਾ, ਕਹਿੰਦੀ ਉਹਦਾ ਬੀਵੀ ਵੀ ਮੇਰੇ ਕੋਲੇ ਹੈਗਾ। ਸ਼ੀ ਇਜ਼ ਪ੍ਰੈਗਨੈਂਟ। ਯਾ ਇਹ ਸਾਰਿਆਂ ਨੂੰ ਆਲਰੇਡੀ ਇੱਥੇ ਕਹਿ ਰਹੀ ਹੈ ਵੀ ਮੈਂ ਇੱਥੇ ਕੈਨੇਡਾ ਦੇ ਵਿੱਚ ਮੈਰਿਜ ਕਰਵਾਈ ਆ, ਉਹਦਾ ਬੇਬੀ ਵੀ ਮੇਰੇ ਕੋਲੇ ਆ। ਤਾਂ ਬੇਬੀ ਕਿਸੇ ਦਾ ਆਇਆ ਤੇ ਹੁਣ ਤੀਜਾ ਵਿਆਹ ਹੋਰ ਨਾ ਕਰਾ ਲਿਆ? ਪਤਾ ਨਹੀਂ, ਹੁਣ ਇਹਦਾ ਤਾਂ ਪਤਾ ਨਹੀਂ, ਪਰ ਇਹਦੇ ਹਾਲਾਤ ਕੁਝ ਠੀਕ ਨਹੀਂ ਗਏ। ਡਰਿੰਕ ਕਰਦੀ ਹੈ ਮੁੰਡਿਆਂ ਨਾਲ ਬੈਠ ਕੇ। ਇਸ ਇਜ਼ ਨੋਟ ਗਰਲ। Come on, baby. Stop it, please. ਨਹੀਂ ਬਸ ਸਾਹਿਬ, ਇਹ ਸੱਚ ਆ। I can't say. ਕਹਿੰਦੇ ਕੋੜਾ ਹੀ ਲੱਗਦਾ ਹੈ ਨਾ। ਮੈਂ ਨਹੀਂ ਕਹਿ ਸਕਦਾ ਕਿਉਂਕਿ ਜਿੰਨੇ ਚਿਕ ਮੈਨੂੰ ਪਤਾ ਹੈ ਕਿ ਇੱਕ ਕਲੈਣੀ ਆ ਉਹ ਨਸ਼ਾ ਵੀ ਕਰਦੀ ਹੈ, ਮੈਨੂੰ ਪਤਾ ਹੈ। ਹਾਂਜੀ ਹਾਂਜੀ, ਡਰਿੰਕ ਕਰਦੀ ਹੈ ਜੀ। ਆਈ ਨੋ, ਕਲੈਣੀ ਕੁਝ ਕਰਦੀਆਂ ਨੇ ਇੱਥੇ। ਔਰ ਇੱਕ ਅਸੀਂ ਫੜੀ ਸੀ ਹੋਰ ਕਲੈਣੀ, ਉਹ ਵੀ ਨਸ਼ਾ ਕਰਦੀ, ਸ਼ਰਾਬ ਦੀ ਬੋਤਲ ਪਈ ਸੀ ਟੇਬਲ ਤੇ। ਜਾ ਰਹੇ ਸੰਤ ਸਾਹਿਬ, ਤੁਸੀਂ ਬੋਲਦੇ ਨੇ ਅੱਜ ਕੀ ਗੱਲ? ਕਲੈਣੀ ਨੂੰ ਤੁਸੀਂ ਅਕਲ ਦਿਓ ਨਾ ਥੋੜੀ ਜਿਹੀ। ਹਾਂਜੀ, ਨਹੀਂ ਸ਼ਕਲ ਤਾਂ ਉਹਨਾਂ ਦੀ ਹੈ ਹੀ ਨਹੀਂ। ਜੀ ਜੀ ਬਿਲਕੁਲ। ਅੱਛਾ, ਇਹਨਾਂ ਦੀ ਸ਼ਕਲ ਵੱਲੋਂ ਕਿੰਨੀ ਭਿਆਨਕ, ਕਿੰਨੀ ਭੈੜੀ ਸ਼ਕਲ ਹੈ। ਉਲਟੀ ਆਉਂਦੀ ਦੇਖ ਕੇ ਮੈਨੂੰ ਤਾਂ ਇਹ ਜਿਹੜੀ ਕਲੈਣੀ ਆ। ਹਾਂਜੀ, ਬਸ ਅਸੀਂ ਤਾਂ ਇਹੀ ਕਹਿੰਦੇ ਜੋ ਮੁੰਡੇ ਨਾਲ ਹੋਇਆ ਉਹਨੂੰ ਇਨਸਾਫ ਦਿਵਾਓ। ਬਿਲਕੁਲ। ਨੰਬਰ 6 ਕਾਲ, ਜਿੱਥੇ ਕਲੈਣੀਆਂ ਠੀਕ ਹੋਣਗੀਆਂ ਉਹ ਸਾਡੀਆਂ ਸਤਿਕਾਰਯੋਗ ਹੋਣਗੀਆਂ। ਬਟ ਇੱਕ ਗੱਲ ਹੋਰ ਨੋਟ ਕਰ ਲਓ, ਇੱਥੇ ਵੱਡੀ ਗਿਣਤੀ ਵਿੱਚ ਜਿਹੜੀਆਂ ਪੰਜਾਬ ਤੋਂ ਆਈਆਂ ਹੋਈਆਂ ਵਿਆਹ ਕਰਾ ਕੇ ਕੁੜੀਆਂ ਔਰ ਇੰਨਾ ਕੰਮ ਕਰਦੀਆਂ ਨੇ, ਉਹ ਕਹਿੰਦੀਆਂ ਕਿ ਅਸੀਂ ਆਪਣੇ ਮਾਂ-ਪਿਓ ਨਾਲ ਸੱਸ ਸਹੁਰੇ ਦਾ ਪੂਰਾ ਖਿਆਲ ਰੱਖਿਆ, ਜਿਨ੍ਹਾਂ ਕਰਕੇ ਅਸੀਂ ਇਸ ਦੇਸ਼ ਵਿੱਚ ਆਈਆਂ ਆ। ਸਾਡੇ ਮਾਂ-ਬਾਪ ਤਾਂ ਅਫੋਰਡ ਨਹੀਂ ਕਰ ਸਕਦੇ ਸੀ। ਇਹੋ ਜਿਹੀਆਂ ਵੀ ਧੀਆਂ ਨੇ ਇੱਥੇ ਆਈਆਂ ਹੋਈਆਂ ਜਿਹੜੇ ਕਿ ਸਾਨੂੰ ਕਾਲ ਕਰਦੀਆਂ ਨੇ। ਮੈਂ ਉਹਨਾਂ ਧੀਆਂ ਅੱਗੇ, ਉਹਨਾਂ ਬੱਚੇ ਅੱਗੇ ਸਰ ਝੁਕਾਉਂਦਾ, ਬੱਚਿਓ ਆਈ ਲਵ ਯੂ, ਯੂ ਸੋ ਗ੍ਰੇਟ ਗਰਲ। ਇੰਨੇ ਚੰਗੇ ਘਰਾਣੇ ਦੀ ਕੁੜੀਆਂ ਵੀ ਆਈਆਂ ਹੋਈਆਂ ਇੱਥੇ। ਜ਼ਿਆਦਾ ਮੁੰਡੇ ਕੁੜੀਆਂ ਪੜ੍ਹਨ ਆਏ ਨੇ, ਸਤਿਕਾਰ ਕਰਦੇ ਨੇ। ਇਹਨਾਂ ਵਿੱਚ ਥੋੜੇ ਨਲਾਇਕ ਨੇ, ਥੋੜੇ ਨਕੰਮੇ ਨੇ, ਨਕੰਮੀਆਂ ਨੇ, ਕਲੈਣੀਆਂ ਨੇ ਜਾਂ ਕਲੈਣੇ ਨੇ ਜਾਂ ਟਟੈਣੇ ਨੇ। ਇਹ ਥੋੜੇ ਨੇ ਇਹ। ਹਾਂਜੀ, ਤੇ ਇੱਕ ਟਟੈਣਾ ਤੇ ਇੱਕ ਉਹ ਕੀ ਆ, ਟਿੱਡੀ ਮੁੱਛਾ। ਦੇਖੋ ਬਿਲਕੁਲ ਟਿੱਡੀ ਮੁੱਛਾ ਲੱਗਦਾ ਹੈ, ਜਿੱਦਾਂ ਕਪਾਹ ਦੇ ਉੱਪਰ ਬੈਠਾ ਹੁੰਦਾ ਇੱਕ। ਕਿਉਂਕਿ ਜਿਸ ਕਰਕੇ ਉਹਨਾਂ ਦਾ ਮੇਲ ਕਿਉਂ ਹੋਇਆ, ਕਿਉਂਕਿ ਇੰਡੀਆ ਵਿੱਚ ਉਹਦਾ ਬਾਪ ਦਵਾਈ ਵੇਚਦਾ ਹੈ, ਟਟੈਣੇ ਦਾ ਬਣਨ ਵਾਲਾ। ਹਾਂਜੀ ਹਰਮਨ, ਲਾਈਨ ਤੇ ਤੁਸੀਂ। ਬਸ ਸਾਹਿਬ ਦੇਖੋ, ਕੁੜੀ ਨੇ ਗੇਮ ਕਿੱਡੀ ਵੱਡੀ ਖੇਡੀ ਆ, ਇਹਦੇ ਪਿੱਛੇ ਵਕੀਲ ਦਾ ਹੱਥ ਆ। ਵਕੀਲ ਨੇ ਸਾਰਾ ਕੁੜੀ ਨੂੰ ਸਮਝਾਇਆ ਵੀ ਏਦਾਂ ਕਰ, ਉਦਾਂ ਕਰ, ਆਹ ਚੀਜ਼ ਕਰ, ਠੀਕ ਹੈ ਜੀ। ਤੇ ਨੰਬਰ 2 ਤੇ ਉਹ ਕੁੜੀ ਜਿਹੜੀ ਬੇਅੰਤ ਕੌਰ ਸੀਗੀ, ਉਹਦੇ ਪਿੱਛੇ ਹੁਣ ਜਦੋਂ ਇੰਟਰਵਿਊ ਹੁੰਦੀ ਆ, ਉਹ ਵਕੀਲ ਦਾ ਨਾਂ ਲੈ ਰਹੀ ਆ ਕਿ ਮੇਰਾ ਵਕੀਲ ਗੱਲ ਕਰੂ ਜੋ ਕਰੂਗਾ। ਇਹਨਾਂ ਵਕੀਲਾਂ ਮੂਹਰੇ ਵੀ ਹੱਥ ਜੋੜੋ ਜੀ ਮਾੜੇ ਜੇ, ਕਿ ਲੋਕੀ ਤਾਂ ਆਪਦੇ ਘਰ ਪੱਟੀ ਜਾ ਰਹੇ ਆ। ਮੈਂ ਹੈਰਾਨ ਹੈ ਕਿ ਵਕੀਲ ਕੰਸਲਟੈਂਟ ਹੈ, ਨਿਆਣੇ ਨੂੰ ਵਕੀਲ ਕਹਿੰਦੇ ਆ। ਕਈ ਇੱਥੇ ਵਕੀਲ ਵੀ, ਕਿੱਥੇ ਵਕੀਲ ਹੈ ਜੋ 4 ਅੰਗਰੇਜ਼ੀ ਦਾ ਅੱਖਰ ਲਿਖਦਾ, ਉਹਦੇ ਵਿੱਚ 20 ਗਲਤੀਆਂ ਲਿਖਦਾ। ਇਹ ਮੈਨੂੰ ਸਾਡੇ ਇੱਥੇ ਅਜੀਤ ਅਖਬਾਰ ਛਪਦੀ ਹੈ, ਮੇਰੇ ਸਤਿਕਾਰਯੋਗ ਨੇ ਭੈਣ ਜੀ ਕਮਲਜੀਤ, ਉਹਨਾਂ ਨੇ ਬੇਟ ਸਨੀ ਜੀ ਕਹਿੰਦੇ ਜੀ ਬਸ ਜੀ ਤਾਂ ਦੱਸਾਂ ਕਿ ਇੱਥੇ ਇੱਕ ਐਸਾ ਵਕੀਲ ਹੈ, ਕਹਿੰਦੇ ਸਾਡਾ ਤਾਂ ਹੈ ਦੋਸਤ,
ਉਹ ਕਹਿੰਦੇ ਜੀ ਬੀ ਅੰਗਰੇਜ਼ੀ ਦੀ ਗਲਤੀ ਲਿਖਦਾ, ਬੀ ਇੰਡੀਆ ਗਲਤੀ ਮਿਸਟੇਕ ਕਰਦਾ, ਤੇ ਉਹ ਕੋਰਟ ਵਿੱਚ ਕੀ ਕਰਦਾ? ਪੈਸਾ ਹੀ ਨਹੀਂ ਨਾ ਦੇਖੋ, ਹਾਂਜੀ। ਪੈਸਾ ਹੀ ਨਹੀਂ ਨਾ ਦੇਖੋ, ਵਕੀਲਾਂ ਨੂੰ ਕਹੋ ਕਿ ਉਹ ਮਗਰਲੇ ਪਰਿਵਾਰ ਵੀ ਦੇਖੋ ਜਿਨ੍ਹਾਂ ਨੇ ਸਾਰਾ ਘਰ ਪੱਟਤਾ। ਨਹੀਂ, ਤੁਸੀਂ ਜੇ ਇਹਨੇ ਵਕੀਲ ਤੁਹਾਨੂੰ ਡਿਸਟਰਬ ਕਰ, ਤੁਸੀਂ ਇਹਨਾਂ ਨੂੰ ਸ਼ਿਕਾਇਤ ਕਰੋ, ਲਾਇਸੈਂਸ ਕੈਂਸਲ ਵੀ ਹੋ ਜਾਂਦੇ ਕੈਨੇਡਾ ਵਿੱਚ ਵੀ, ਔਰ ਇਹਨਾਂ ਦੇ ਵੀ 2-3 ਦੇ ਕੈਂਸਲ ਹੋਣੇ ਚਾਹੀਦੇ ਆ। ਔਰ ਮੈਂ ਗੱਲ ਕਰ ਰਿਹਾ ਸੀ ਸੂਰਜਵੰਸ਼ੀ ਦਬਾ ਖਾਨਾ, ਜੇ ਕੋਈ ਵਿਅਕਤੀ ਕਮਜ਼ੋਰੀ ਫੀਲ ਕਰਦਾ ਤਾਂ ਤੁਸੀਂ ਪੀਸੀਆਂ ਹੋਈਆਂ ਜੜੀਆਂ ਬੂਟੀਆਂ ਤੋਂ ਦਵਾਈ ਤਿਆਰ ਕੀਤੀ ਹੋਈ ਹੈ, ਸੋ ਇਹ ਤੁਸੀਂ ਖਾ ਕੇ ਵੇਖੋ, ਤੁਹਾਨੂੰ ਪੂਰੀ એનર્ਜੀ ਦਿੰਦੀ ਹੈ, ਅਤੇ ਜਿਹੜੇ ਬੇਔਲਾਦ ਮਾਪੇ ਨੇ ਉਹਨਾਂ ਵਾਸਤੇ ਇੱਕ ਵਧੀਆ ਦਵਾਖਾਨਾ ਹੈ। ਜਿਹੜਾ ਘਰ ਬੱਚਾ ਨਹੀਂ ਹੋਇਆ, ਕਾਲ ਕਰੋ 4169925489, ਤੁਹਾਨੂੰ ਡਾਕਟਰ ਹਸਪਤਾਲ ਜਾਣ ਦੀ ਲੋੜ ਨਹੀਂ, ਇਹ 2-3 ਕੈਪਸੂਲ ਖਾ ਲਓ, ਯੂ ਗੋਇੰਗ ਟੂ ਬੀ ਅ ਫਾਦਰ। 4169925489, 499 5499। ਨੰਬਰ 5 ਕਾਲਰ। ਹਾਂਜੀ, ਸਤਿ ਸ਼੍ਰੀ ਅਕਾਲ ਬਾਸੀ ਸਾਹਿਬ, ਮੈਂ ਸਰਦੂਲ ਬਾਸੀ ਬੋਲਦਾ ਕੈਲੀਫੋਰਨੀਆ ਤੋਂ। ਜੀ ਬਾਸੀ ਸਾਹਿਬ, ਵੈਲਕਮ। ਹਾਂਜੀ, ਧੰਨਵਾਦ। ਮੈਂ ਦੇਖੋ, ਜੇ ਹੁਣ ਕੈਨੇਡਾ ਦੀ ਗਵਰਨਮੈਂਟ ਦੇ ਤੁਹਾਡਾ ਇੰਨਾ ਸਾਥ ਦੇ ਰਹੀ ਹੈ, ਕਾਨੂੰਨ ਇੰਨੇ ਸਖਤ ਨਹੀਂ ਹੈਗੇ, ਪਰ ਇਹ ਲੋਕ ਜ਼ਿਆਦਾ ਨਜਾਇਜ਼ ਫਾਇਦਾ ਨਹੀਂ ਠਾ ਰਹੇ, ਲਿਮਟ ਤੋਂ ਜ਼ਿਆਦਾ ਫਾਇਦਾ ਠਾ ਰਹੇ ਆ, ਜੋ ਦਿਲ ਆਇਆ ਉਹੀ ਕਰੀ ਜਾਂਦੇ ਆ। ਆਈ ਨੋ, ਖੁੱਲੀ ਮੌਜਾਂ ਨੇ ਇੱਥੇ ਲੋਕਾਂ ਨੂੰ, ਇੱਥੇ ਤਾਂ ਇੰਨੀਆਂ ਮੌਜਾਂ ਆ, ਇੱਥੇ ਤਾਂ ਤੁਸੀਂ ਵੇਚੋ, ਜਿਹੜੇ ਲੋਕ ਡਰੱਗ ਵੇਚਦੇ ਨੇ, ਡਰੱਗ ਵੇਚਣ ਵਾਲੇ ਤੁਸੀਂ ਜਿਹੜੇ ਅਫਸਰ ਸਹਿਬਾਨ ਨੇ ਪੁਲਿਸ ਵਾਲੇ, ਉਹ ਹਾਲੇ ਕੋਰਟ ਤੋਂ ਪੁਲਿਸ ਸਟੇਸ਼ਨ ਜਾਂਦੇ ਨੂੰ ਟਾਈਮ ਲੱਗਦਾ, ਉਹਨੂੰ ਫਾਈਲਾਂ ਸੰਭਾਲਣ ਨੂੰ, ਭਾਵੇਂ ਕੰਪਿਊਟਰਾਈਜ਼ ਆ, ਤੇ ਇਹ ਪਹਿਲਾਂ ਬਾਹਰ ਲੈ ਆਉਂਦੇ ਵਕੀਲ। ਇੰਨਾ ਸਾਡੇ ਇੰਨਾ ਸੌਫਟ ਆ ਇਹ, ਜਿਸ ਕਰਕੇ ਇੱਥੇ ਬਿਲਕੁਲ ਹੀ ਕੇਅਰ ਨਹੀਂ ਕਰ ਗਿਆ। ਇਹ ਸਾਰੇ ਵੋਟ ਬੈਂਕ ਬਣਾਉਂਦੇ ਪੋਲੀਟੀਸ਼ੀਅਨ, ਹਰ ਪਾਰਟੀ ਹਰ ਦੇਸ਼ ਦੇ ਵਿੱਚ ਵੋਟ ਬੈਂਕ ਬਣਾਉਂਦੀ ਹੈ, ਉਹਨੂੰ ਸਭ ਕੁਝ ਭੁੱਲ ਜਾਂਦਾ। ਜ਼ਿਆਦਾ ਫਾਇਦਾ ਠਾ ਰਹੇ ਆ ਇਹ ਜੀ, ਇਹ ਬਾਅਦ ਚ ਜ਼ਿਆਦਾ ਨੁਕਸਾਨ ਹੋਊਗਾ। ਹੁਣ ਨਵਜੋਤ ਸਿੱਧੂ ਆ, ਉਹਨੂੰ ਹੁਣ ਉਹਨੇ ਆ ਮਿਲ ਗਈ, ਉਹਨੂੰ ਕੀ ਹੈ ਪਤਾ ਕਿੰਨੇ ਮਹੀਨੇ ਵਾਲੀ ਮਿਲੀ ਹੈ, ਰੱਬ ਜਾਣੇ, ਮੈਂ ਅਗੇਂਸਟ ਨਹੀਂ ਹੈ, ਤੇ ਹੁਣ ਕਰਨਾ ਵੀ ਕੀ ਹੈ, ਸਿਰਫ ਜੋਕਰਾਂ ਵਾਂਗੂ ਗੱਲ ਕਰਨਾ, ਸਟੇਜ ਤੇ ਕਰਨਾ ਨਥਿੰਗ। ਜਦੋਂ ਪਾਵਰ ਚ ਕੰਮ ਨਹੀਂ ਕਰਦੇ, ਜਦੋਂ ਫਿਲਾਰਨ ਦੇ ਫਿਰ ਕਰਦੇ ਆ। ਸੋ ਇਹ ਤੁਸੀਂ ਦੇਖੋ ਕਿ ਦੇਸ਼, ਹਰ ਦੇਸ਼ ਦੇ ਵਿੱਚ ਸਾਡੇ ਇਹ ਪੋਲੀਟੀਸ਼ੀਅਨ ਜਿਹੜੇ ਨੇ, ਇਹ ਬੁੱਧ ਬਣਾਉਂਦੇ ਤੁਹਾਨੂੰ, ਸਾਨੂੰ ਲੋਕਾਂ ਨੂੰ, ਪਰ ਮੈਂ ਨਹੀਂ ਬਣਦਾ। ਇੰਡੀਆ ਵਾਲਾ ਨਹੀਂ ਜਾਂਦਾ ਨਾ, ਜੇ ਖੂਨ ਚ ਇੰਡੀਆ ਵਾਲੀ ਜਿਹੜੀ ਬੇਈਮਾਨੀ ਉਹ ਇੱਥੇ ਜਾਂਦੀ ਨਹੀਂ ਹੈ ਨਾ। ਕੋਈ ਪਰਸਨੈਲਿਟੀ ਹੋਵੇ, ਕੋਈ ਹਲਕਾ ਤਰੀਕਾ ਹੋਵੇ, ਔਰ ਯੂ نو ਆਈ ਡੋਂਟ ਨੋ ਵਾਟਸ ਗੋਇੰਗ ਔਨ। ਨੰਬਰ 6 ਕਾਲਰ, ਪਲੀਜ਼ ਪ੍ਰੋਸੀਡ ਕਰੋ। ਹਾਂਜੀ ਬਸੀ ਸਰ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਸਰ, ਮੈਂ ਕਹਿਣਾ ਚਾਹੁੰਦਾ, ਇਹ ਸਰ ਕਲੈਣੀ ਨਹੀਂ, ਇਹ ਡੈਣ ਆ, ਡੈਣ। ਡੈਣ ਵੀ ਜਦੋਂ ਕਿਸੇ ਦੇ ਘਰ ਦੇ ਵਿੱਚ ਜਾਂਦੀ ਹੈ, ਇੱਕ ਘਰ ਛੱਡ ਕੇ ਜਾਂਦੀ ਹੈ, ਇਹਨੇ ਤਾਂ ਪਤਾ ਨਹੀਂ ਕਿੰਨੇ ਕੁ ਯਾਰ ਬਣਾਏ ਹੋਏ ਆ। ਇਹਨੂੰ ਇੱਕ ਵਾਰ ਸ਼ੋਅ ਤੇ ਲਿਆਓ ਬਸੀ ਸਾਹਿਬ, ਤੁਹਾਡੀ ਬਹੁਤ ਮਿਹਰਬਾਨੀ, ਲੋਕਾਂ ਦੇ ਰੂਬਰੂ ਕਰਾਓ ਇਦਾਂ ਦੀ ਡੈਣ ਨੂੰ। ਪਰ ਸਾਨੂੰ ਪਤਾ ਨਹੀਂ ਨਾ ਕਿ ਇਹ ਕਿੱਥੇ ਲੜਕੀ ਹੈ, ਔਰ ਤੁਸੀਂ ਕਹਿ ਰਹੇ ਹੋ ਡੈਣ, ਔਰ ਸਾਡੇ ਵਾਸਤੇ ਤਾਂ ਰਿਸਪੈਕਟਡ ਹੈ ਇਹ ਲੜਕੀ, ਔਰ ਆਪਣਾ ਵਿਚਾਰ ਪੇਸ਼ ਰੱਖ ਰਹੀ, ਔਰ ਅਸੀਂ ਇਹਦੇ ਅਗੇਂਸਟ ਨਹੀਂ ਹੈ, ਔਰ ਇਹ ਐਲੀਗੇਸ਼ਨ ਹੀ ਨਹੀਂ ਬਲਕਿ ਸਾਡੇ ਪਾਸ ਪੁਖਤਾ ਪ੍ਰੂਫ ਨੇ ਜਿਸ ਕਰਕੇ ਅਸੀਂ ਪ੍ਰੋਸੀਡ ਕੀਤੇ ਹੈ। ਇਹਨੇ ਇੰਡੀਆ ਵਿੱਚ ਵਿਆਹ ਕਰਾਇਆ, ਰਜਿਸਟਰ ਕੀਤੀ ਹੋਈ ਮੈਰਿਜ ਹੈ, ਔਰ ਉਸ ਤੋਂ ਬਾਅਦ ਵੀਜ਼ਾ ਇਹਨੇ ਕੈਂਸਲ ਕਰਾਇਆ, ਅਤੇ ਮਿਲਨ ਮੀਤ ਨਾਲ ਇਹਨੇ ਵਿਆਹ ਕਰਾਇਆ, ਔਰ ਉਹਨੂੰ ਵੀ ਡਿਪੋਰਟ ਕਰਾਇਆ। ਸੋ ਹੁਣ ਤੀਜਾ ਵਿਆਹ ਕਰਾ ਕੇ ਬੈਠੀ ਹੈ। ਓ ਮਾਈ ਗॉड, ਵੈਰੀ ਬੈਡ। ਨੰਬਰ 1 ਕਾਲਰ ਪਲੀਜ਼। ਠੋਕੋ ਤਾਲੀ। ਹਾਂਜੀ, ਉਹ ਕੀ ਕਹਿੰਦਾ ਹੁੰਦਾ ਜਿਹੜਾ ਉਹ ਕੀ ਜੋਕਰ ਬਣਿਆ ਨਵਾਂ। ਹਾਂਜੀ, ਨੰਬਰ 1 ਪਲੀਜ਼। ਹਾਂਜੀ ਬਸ ਮੈਂ ਕਹਿਣਾ ਚਾਹੂੰਗਾ ਕਿ ਆਪਾਂ ਮੰਨਦੇ ਹਾਂ 90% ਗਲਤੀ ਕੁੜੀ ਦੀ ਹੈ, ਪਰ 10% ਗਲਤੀ ਮੁੰਡੇ ਦੀ ਵੀ ਹੈ, ਜਿਹਨੇ ਕੁੜੀ ਨੂੰ ਮੋਟੀਵੇਟ ਕੀਤਾ ਕਿ ਤੂੰ ਜਾ ਮੈਂ ਤੇ ਪੈਸੇ ਲਾਉਣਾ। ਤੁਸੀਂ 10% ਕਹਿ ਲਓ, ਤੁਸੀਂ 50 ਕਹਿ ਲਓ, ਤੁਸੀਂ 80 ਕਹਿ ਲਓ, ਤੁਸੀਂ 90 ਕਹਿ ਲਓ, ਕੁਛ ਕਹਿ ਲਓ, ਪਰ ਤੁਸੀਂ ਇੱਕ ਤਾਂ ਮੰਨਦੇ ਹੋ ਜਿਹੜੀ ਲੜਕੀ ਨੇ ਸ਼ਾਦੀ ਕਰਾ ਲਈ ਹੈ ਤੇ ਉੱਥੇ ਆਣ ਕੇ ਦੂਜੀ ਸ਼ਾਦੀ ਕਰਾਈ। ਡਿਨਾਈ ਨਹੀਂ ਕਰ ਸਕਦੇ ਬਾਜੀ ਸਾਹਿਬ, ਪਰ ਗਲਤੀ ਤਾਂ ਮੁੰਡੇ ਦੀ ਵੀ ਹੈਗੀ ਹੈ ਨਾ, ਜਿਹੜੇ ਪੁੱਠੇ ਰਾਹ ਜੇ 10 ਲੱਖ ਉਹਨੇ ਆਪਣੀ ਪੜ੍ਹਾਈ ਤੇ ਲਾਇਆ ਹੁੰਦਾ ਤਾਂ ਉਹਦਾ ਫਾਇਦਾ ਨਹੀਂ ਹੋਣਾ ਸੀਗਾ। ਮਿਹਰਬਾਨੀ ਸਰ। ਨੰਬਰ 3 ਕਾਲਰ ਪਲੀਜ਼। ਸਤਿ ਸ਼੍ਰੀ ਅਕਾਲ ਸਰ ਜੀ। ਮੈਂ ਕਿਹਾ ਚਲੋ ਗਲਤੀ ਤਾਂ ਕੁੜੀ ਦੀ ਹੈ, ਕੁੜੀ ਦੀ ਵੀ ਚਲੋ ਹੈਗੀ ਹੈ, ਪਰ ਮੁੰਡਿਆਂ ਦੀ ਵੀ ਗਲਤੀ ਹੈਗੀ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ 2-3 ਵਿਆਹ ਤੇ ਗਾਹਾਂ ਹੋਏ, ਪਰ ਗਾਹਾਂ ਦੇ ਮੁੰਡੇ ਕਿਉਂ ਕਰਾਈ ਜਾਂਦੇ, ਗਾਹਾਂ ਦੇ ਗਾਹਾਂ ਵਿਆਹ ਉਹਨਾਂ ਨਾਲ। ਹਾਂਜੀ, ਤੇ ਅੱਗੇ ਤੋਂ ਅੱਗੇ ਪਰ ਨਹੀਂ ਇਦਾਂ ਹੈ, ਤੁਸੀਂ ਗੱਲ ਸਾਹਿਬ ਕਿ ਉਹਨਾਂ ਦੇ ਮੁੰਡੇ ਨੂੰ ਤਾਂ ਮਨਮੀਤ ਨੂੰ ਪਤਾ ਹੀ ਨਹੀਂ ਕਿ ਵਿਆਹੀ ਹੋਈ ਆ, ਉਹ ਤਾਂ ਜਦੋਂ ਪਤਾ ਲੱਗ ਜਦੋਂ ਪਾਸਪੋਰਟ ਇਮੀਗ੍ਰੇਸ਼ਨ ਮੰਗਿਆ ਉਹਨੂੰ ਤਾਂ ਪਤਾ ਲੱਗਾ। ਨਹੀਂ, ਮੁੰਡੇ ਵੀ ਕਾਹਲੀ ਕਰਦੇ ਨੇ, ਇਹਨਾਂ ਨੂੰ ਪਤਾ ਕਰਕੇ ਸਾਰੀ ਇਨਕੁਆਰੀ ਕਰਕੇ ਫੇਰ ਕਰਾਉਣਾ। ਕਾਰਨ ਕੀ ਹੈ ਕਿ ਕਾਹਲੀ ਦਾ ਮੈਂ ਦੱਸਾਂ ਕੀ ਕਾਰਨ ਹੈ ਕਿ ਹਰ ਇੱਕ ਬੰਦਾ ਚਾਹੁੰਦਾ ਕਿ ਮੈਂ ਜਲਦੀ ਨਾਲ ਪੱਕਾ ਹੋ ਜਾਵਾਂ ਰਾਤ ਤੋਂ ਰਾਤ। ਹਾਂਜੀ ਹਾਂਜੀ, ਇਹੀ ਗੱਲ ਹੈ। ਇਮੀਗ੍ਰੇਸ਼ਨ ਮਿਲ ਜਾਵੇ, ਸਾਨੂੰ ਵੀਜ਼ਾ ਮਿਲ ਜਾਵੇ। ਹਾਂਜੀ, ਚਾਹੇ ਸਾਨੂੰ ਕੋਈ ਪਲਾਸਟਿਕ ਦੀ ਕੁੜੀ ਮਿਲ ਜਾਵੇ, ਇਮੀਗ੍ਰੇਸ਼ਨ ਹੋਵੇ ਉਹ ਲੈ ਜਾਈਏ, ਚਾਹੇ ਪਲਾਸਟਿਕ ਮੁੰਡਾ ਮਿਲ ਜਾਵੇ ਲੈ ਜਾਵੇ। ਸੋ ਇਹ ਤਾਂ ਪਲਾਸਟਿਕ ਦੇ ਬੇਬੀ ਬॉय ਹੋਣ ਤਾਂ ਵੀ ਕੈਨੇਡਾ ਗਵਰਨਮੈਂਟ ਜਿਹੜੀ ਹੈ ਮੇਰੇ ਖਿਆਲ ਇਮੀਗ੍ਰੇਸ਼ਨ ਦੇ ਦੋਗੀ। ਇੰਨੀ ਇੱਥੇ ਗਵਰਨਮੈਂਟ ਜਿਹੜੀ ਹੈ ਭੋਲੀ ਹੈ ਤੇ ਇੰਨੀ ਨਕੰਮੀ ਹੈ ਇੱਥੇ। ਹਾਂਜੀ, ਤੇ
ਦੂਸਰਾ ਜਿਹੜੀ ਸਿੱਧੂ ਦੀ ਗੱਲ ਕੀਤੀ ਆ, ਸਿੱਧੂ ਨੇ ਕੀ ਕਰਨਾ ਜੀ, ਉਹ ਤਾਂ ਸਿਰਫ ਉਹਨੀ ਤਾਂ ਮੋਹਰੇ ਲਿਆਂਦਾ ਵੀ ਚਲੋ ਕੈਪਟਨ ਦੇ ਨਾਂ ਨੂੰ ਕਿਸੇ ਨੇ ਵੋਟਾਂ ਨਹੀਂ ਪਾਣੀਆਂ ਸੀ ਜਾਂ ਫਿਰ ਹੁਣ ਗਾਂ ਵੋਟਾਂ ਲੈਣ ਲਈ ਸਿੱਧੂ ਨੂੰ ਮੋਹਰੇ ਕਰਤਾ, ਪਰ ਸਿੱਧੂ ਨੇ ਕੰਮ ਕੋਈ ਨਹੀਂ ਕਰਨਾ ਜੀ। ਮੈਂ ਦੱਸਾਂ ਤੁਹਾਨੂੰ ਇੱਕ ਗੱਲ, ਮੇਰੇ ਐਨਾਲਿਸਿਸ ਹੈ, ਤੁਸੀਂ ਬਹੁਤ ਵੱਡੇ ਹੋ, ਮੈਨੂੰ 40 ਸਾਲ ਬ੍ਰਾਡਕਾਸਟਿੰਗ 'ਚ ਮੈਂ ਤਾਂ ਕਹਿੰਦਾ ਸਿੱਧੂ ਦੇ ਨਾਂ ਨੂੰ ਵੋਟਾਂ ਨਹੀਂ ਮਿਲਣੀਆਂ, ਵੋਟਾਂ ਵੀ ਨਹੀਂ ਮਿਲਣੀਆਂ। ਹਾਂਜੀ ਸਹੀ ਗੱਲ ਹੈ, ਵੋਟਾਂ ਮਿਲਣੀਆਂ ਸਟਿਲ ਕੈਪਟਨ ਦੇ ਨਾਮ ਨੂੰ। ਔਰ ਨੋ ਮੈਟਰ ਬਟ ਕਿ ਜਿਹੜੇ ਮੈਂ ਦੱਸਦਾ ਕਿ ਕੈਪਟਨ ਸਾਹਿਬ ਦੀ ਪਰਸਨੈਲਿਟੀ ਇਜ਼ देयर। ਔਰ ਤੁਸੀਂ ਆਉਣ ਵਾਲੇ ਦਿਨ ਜਿਹੜਾ ਬੰਦਾ ਆਪਣੀ ਬਿਜਲੀ ਦਾ ਬਿੱਲ ਨਹੀਂ ਦੇ ਸਕਿਆ, ਇੱਕ ਬਿਜਲੀ ਮੰਤਰੀ ਹੋਣ ਦੇ ਨਾਤੇ, 8 ਲੱਖ ਬਿੱਲ, ਹਾਂਜੀ, ਤੇ ਤੁਸੀਂ ਉਹਨੂੰ ਇਨਸਾਫ ਕੀ ਮੰਗੋਗੇ? ਤੁਸੀਂ ਮੈਨੂੰ ਦੱਸੋ, ਜਿਹੜਾ ਵਿਅਕਤੀ ਕਦੇ ਪੱਪੂ ਕਹਿੰਦਾ ਹੈ ਉਹਨੂੰ, ਮੈਂ ਤਾਂ ਹੈਰਾਨ ਹਾਂ ਇਸ ਲੀਡਰਸ਼ਿਪ ਤੋਂ, ਉਹਨੂੰ ਹੁਣ ਪ੍ਰਧਾਨ, ਚਲੋ ਐਨੀਵੇ ਉਹਨਾਂ ਪਰਸਨਲ ਫੈਸਲਾ, ਆਈ ਨੋਟ ਗੋ ਇਨਟੂ ਦੈਟ, ਉਹਨਾਂ ਨੂੰ ਸਟੂਡੈਂਟ ਕਹਿੰਦਾ। ਔਰ ਸਰਦਾਰ ਮਨਮੋਹਨ ਸਿੰਘ ਜੀ, ਜਿਹਨਾਂ ਮੈਂ ਸਤਿਕਾਰ ਕਰਦਾ, ਦੁਨੀਆ ਕਰਦੀ ਆ, ਕਹਿੰਦਾ ਇਹ ਸਰਦਾਰ ਨਹੀਂ ਅਸਰਦਾਰ ਨਹੀਂ ਹੈ, ਤੋ ਪੈਰੀ ਹੱਥ ਲਾਉਂਦਾ। ਜਿਹੜਾ ਬੰਦਾ ਕਦੇ ਉਧਰ ਤੇ ਕਦੇ ਉਧਰ, ਤੁਸੀਂ ਯਕੀਨ ਕਰ ਸਕਦੇ ਉਸ ਬੰਦੇ ਤੇ? ਉਹਦਾ ਸਟੈਂਡ ਨਹੀਂ ਕੋਈ ਵੀ। ਹਾਂਜੀ, ਜਿਸ ਬੰਦੇ ਦਾ ਸਟੈਂਡ ਨਹੀਂ ਹੈ, ਜਿਹੜੇ ਸਾਈਕਲ ਨੂੰ ਸਟੈਂਡ ਨਹੀਂ, ਉਹ ਖੜ ਨਹੀਂ ਸਕਦਾ, ਤੇਰਾ ਸਟੈਂਡ ਕਿੱਥੇ ਆ? ਹਾਂਜੀ, ਫਿਰ ਦੇਖੋ ਨਾ, ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਐਕਸੀਡੈਂਟ ਹੋਏ ਸੀਗੇ, ਮਰੇ ਸੀ ਲੋਕ ਦੁਸਹਿਰੇ ਵਾਲੇ ਦਿਨ, ਉਹਨਾਂ ਨੇ ਕਿੰਨੇ ਵਾਅਦੇ ਕੀਤੇ ਸੀ, ਮੈਂ ਆਹ ਕਰੂੰਗਾ ਨਾ, ਕੁਛ ਨਹੀਂ ਕਰਦਾ, ਸਭ ਝੂਠਾ ਦੀ ਪੰਡਿਆ। ਇਹ ਇੱਕ ਬਹੁਤ ਗੱਪੀ ਬੰਦਾ ਆ, ਇਹਨੂੰ ਪੂਰਾ ਐਕਟਿੰਗ ਕਰਨੀ ਆਉਂਦੀ ਆ। ਹਾਂਜੀ ਹਾਂਜੀ, ਸਹੀ ਗੱਲ ਹੈ। ਐਕਟਰ ਤਾਂ ਮੈਂ ਵੀ ਕਰ ਲੈਂਦਾ, ਪਰ ਮੈਂ ਵੋਟਾਂ ਨਹੀਂ ਮੰਗਦਾ, ਮੈਂ ਕਮਰਸ਼ੀਅਲ ਮੰਗਦਾ। ਸੋ ਸਾਹਿਬ, ਮੈਂ ਕਿਹਾ ਐਕਟਰ ਤਾਂ ਮੈਂ ਵੀ ਕਰਦਾ, ਪਰ ਵੋਟਾਂ ਨਹੀਂ ਮੰਗਦਾ। ਹਾਂਜੀ ਸਹੀ ਗੱਲ ਹੈ, ਮਿਹਰਬਾਨੀ ਜੀ। ਇਹ ਗੱਲਾਂ ਵਾਲਾ ਹੀ ਆ ਜੀ, ਕਰਨਾ ਨਹੀਂ ਕੁਝ। ਨਹੀਂ ਕੁਝ ਨਹੀਂ, ਸਭ ਨੌਨਸੈਂਸ ਨੇ। ਮੇਰੇ ਲਾਈਨ 'ਚ ਸਾਡੇ ਨੈਕਸਟ ਕਾਲਰ ਨੇ, ਦੇ ਸਾਡੇ ਤੇ ਕਿੰਨਾ ਧਾਵਾ ਬੋਲਦੇ ਨੇ। ਹਾਂਜੀ, ਧਾਵਾ ਬੋਲੇ ਕਾਲ ਕੀਤੀ ਹੈ ਜੀ ਮੈਂ। ਹਾਂਜੀ ਬੋਲੋ ਜੀ। ਰਣਜੀਤ ਜੀ, ਮੇਰੇ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਮਹਾਰਾਜ, ਸਤਿ ਸ਼੍ਰੀ ਅਕਾਲ। ਰਣਜੀਤ ਜੀ, ਇੱਕ ਤੁਹਾਡੇ ਨਾਲ ਸਵਾਲ ਵੀ ਸੀ ਸਾਨੂੰ ਪਿੱਛੇ ਜੇ, ਇੱਕ ਰੇਡੀਓ ਤੇ ਕਹਿੰਦੇ ਹੇਕ ਲਾ ਕੇ ਗਏ ਆ ਬਹੁਤ ਲੰਮੀ, ਕਹਿੰਦੇ ਉਹ ਹਿਡਨ ਟੈਲੈਂਟ ਕੌਣ ਸੀਗਾ? ਉਹ ਤੁਹਾਡੇ ਤੇ ਲਾਈ ਸੀ ਮੈਂ, ਤੁਹਾਡੇ ਰੇਡੀਓ ਤੇ ਜੀ। ਨਹੀਂ, ਤੁਹਾਡੀ ਕਿੱਡੀ ਗਲਤੀ ਹੈ। ਕੌਣ ਕਹਿੰਦਾ ਕਿ ਇਹ ਰੇਡੀਓ ਬਾਸੀ ਦਾ ਜਾਂ ਗੁਰਪ੍ਰੀਤ ਦਾ ਹੈ? ਹੂ ਸੈਡ ਦੈਟ? ਕੀ ਹੋ ਗਿਆ? ਤੁਸੀਂ ਕਿਉਂ ਕਹਿੰਦੇ ਸਾਡਾ ਰੇਡੀਓ? ਤੁਹਾਡੇ ਤੇ ਸਾਡਾ ਰੇਡੀਓ ਸੁਣੋ, ਤੁਹਾਡਾ ਹੈ ਰੇਡੀਓ, ਕਮਿਊਨਿਟੀ ਦਾ ਆਇਆ ਇਹ। ਅਸੀਂ ਕੌਣ ਹੁੰਦੇ ਆ? ਹਾਂਜੀ, ਅਸੀਂ ਸਾਡੇ ਚਾਨਣ ਦੀ ਧੂੜ ਆ। ਨਹੀਂ ਬਿਲਕੁਲ ਠੀਕ ਆ ਜੀ, ਧੰਨਵਾਦ ਤੁਹਾਡਾ, ਤੁਸੀਂ ਇੰਨਾ ਮਾਣ ਬਖਸ਼ਦੇ ਹੋ। ਪਰ ਕਈ ਰੇਡੀਓ ਵਾਲੇ ਪਤਾ ਕੀ ਕਹਿੰਦੇ ਆ, ਕਹਿੰਦੇ ਜਿਹੜੇ ਕਾਲਰ ਕਰਦੇ ਆ ਮੁਫਤ ਚ ਆਪ ਦਾ ਨਾਮ ਬਣਾਈ ਜਾਂਦੇ ਆ, ਐਂ ਵੀ ਕਹਿੰਦੇ ਰੇਡੀਓ ਵਾਲੇ ਕਹਿੰਦੇ। ਇਹ ਰੇਡੀਓ ਤਾਂ ਕਮਿਊਨਿਟੀ ਦਾ ਆ, ਸਾਡੀ ਕਮਿਊਨਿਟੀ, ਅਸੀਂ ਤਾਂ ਚਾਨਣਾ ਦੀ ਖਾਕ ਆ। ਪਰ ਕੁਛ ਰੇਡੀਓ ਕੁਛ ਜਿਹੜੇ ਹੋਸਟ ਆ ਨਾ, ਉਹ ਆਪਦੇ ਆਪ ਨੂੰ ਸਮਝਦੇ ਭਾਵੇਂ ਅਸੀਂ ਸਭ ਕੁਝ ਆ, ਕਾਲਰਾਂ ਨੂੰ ਨਾਲੇ ਤਾਂ ਮਿਹਨਤਾਂ ਕਰਦੇ, ਕਾਲਾਂ ਕਰੋ, ਫਿਰ ਕਹਿੰਦੇ ਨਾਮ ਚਮਕਾਉਂਦੇ ਆ ਇਹ ਆਪਦਾ, ਏਦਾਂ ਕਹੀ ਜਾਂਦੇ ਮੁੜ ਕੇ ਬਾਅਦ। ਚਲੋ ਉਹਨਾਂ ਦਾ ਕਸੂਰ ਨਹੀਂ, ਬੱਚੇ ਨੇ, ਛੋਟੇ ਨੇ, ਮੈਂ ਸਮਝਾ। ਪਰ ਰਣਜੀਤ ਜੀ, ਇੰਨੀ ਗੱਲ ਤਾਂ ਤੁਸੀਂ ਮੰਨਦੇ ਹੋ ਨਾ ਕਿ ਆਪਣੇ ਵਾਲੇ ਤੁਹਾਡੇ ਵਾਲੇ ਰੇਡੀਓ ਤੇ ਕਾਲ ਕਰਕੇ ਕਾਲਰਾਂ ਦਾ ਨਾਮ ਵੀ ਚਮਕਦਾ, ਚਲ ਹੋਸਟ ਦਾ ਨਾਮ ਤਾਂ ਬੰਦੇ ਯਾਦ ਰੱਖਦੇ ਹੀ ਰੱਖਦੇ ਆ। ਹਾਂਜੀ, ਇਹ ਤਾਂ ਹੋਸਟ ਇਹਦੇ ਬਾਸੀ ਸਾਹਿਬ ਨੇ, ਦੇਖੋ ਹੁਣ ਇਹਨਾਂ ਨੇ ਕਿਹਾ ਸਿੱਧੂ ਬਾਰੇ, ਬਾਸੀ ਸਾਹਿਬ ਤੁਹਾਤੋਂ ਵਧੀਆ ਠੋਕੋ ਤਾਲੀ ਕੋਈ ਨਹੀਂ ਵਜਾ ਸਕਦਾ। ਹਾਂਜੀ, ਜਿਹੜੀ ਚਾਹੇ ਜੀ ਤੁਸੀਂ ਤਾਲੀ ਲੋਕਾਂ ਦੀ ਵਜਾਉਂਦੇ ਹੋ ਨਾ, ਇਹ ਜੀ ਕੋਈ ਮੀਡੀਆ ਨਹੀਂ ਵਜਾ ਸਕਦਾ। ਚਲ ਮੈਂ ਤਾਂ ਵੋਟਾਂ ਨਹੀਂ ਨਾ ਮੰਗਣੀਆਂ। ਨਹੀਂ ਵੋਟਾਂ ਨਹੀਂ ਮੰਗਣੀਆਂ, ਠੀਕ ਆ, ਪਰ ਦੇਖੋ ਪ੍ਰਧਾਨ ਬਣਿਆ, ਸਾਡਾ ਪ੍ਰਧਾਨ ਆ, ਉਹ ਵੀ ਬੜਾ ਵਧੀਆ ਸਾਰਾ, ਹੁਣ ਉਹਦੇ ਮਤਲਬ ਲਾਲਾ ਸਿੰਘ ਚੱਲ ਪਿਆ, ਉਹ ਕੈਪਟਨ ਜੀ। ਇੱਕ ਗੱਲ ਨੋਟ ਕੀਤੀ ਬਾਜੀ ਸਾਹਿਬ, ਜੇ ਆਪਾਂ ਇੱਧਰ ਨੂੰ ਜਾਣੇ ਤਾਂ ਰਣਜੀਤ ਜੀ ਦੱਸੋ। ਮੈਂ ਦੱਸਾਂ ਕਿ ਜਿਹੜੇ ਕੀ ਨਵਜੋਤ ਦੀ ਗੱਲ ਹੈ ਨਾ, ਨਵਜੋਤ ਸਿੱਧੂ, ਤੁਸੀਂ ਥੋੜੇ ਦਿਨ ਅਟਕੋ, ਫਿਰ ਆਪਾਂ ਗੱਲ ਕਰਾਂਗੇ, ਹਾਲੇ ਟੂ ਅਰਲੀ ਆ, ਕਿਉਂਕਿ ਨਾ ਜਦੋਂ ਤਾਜੀ ਸੂਈ ਮੱਝ ਹੁੰਦੀ ਹੈ ਨਾ, ਸੋ ਉਦੋਂ ਉਹ ਦੁੱਧ ਵੀ ਥੋੜਾ ਜ਼ਿਆਦਾ ਦਿੰਦੀ ਆ, ਅਤੇ ਦੁੱਧ ਜਿਹੜਾ ਟੇਸਟ ਜਿਹੜਾ ਵੱਖਰਾ ਹੁੰਦਾ। ਕਈ ਲੋਕ ਬੋਲੀ ਵਗੈਰਾ ਖਾਣ ਦੇ ਸ਼ੌਕੀਨ ਹੁੰਦੇ ਆ। ਸੋ ਜਦੋਂ ਫਿਰ ਮੱਝ ਦਾ ਰੱਬ ਨਾ ਕਰੇ ਮਰ ਜਾਵੇ ਕੱਟਾ ਜਾਂ ਕੱਟੀ, ਤਾਂ ਉਦੋਂ ਫਿਰ ਟੀਕਾ ਲਾ ਕੇ ਚੋਣੀ ਪੈਂਦੀ ਆ। ਸੋ ਇਹ ਜਦੋਂ 2-3 ਦਿਨਾਂ ਬਾਅਦ ਲੋਕ ਇਹ ਤੋਂ ਟੁੱਟਣੇ ਸ਼ੁਰੂ ਹੋ ਗਏ, ਜਾਂ ਇਹ ਲੋਕ ਆਏ ਆ, ਕਿਵੇਂ ਆਏ ਆ, ਇਹ ਸਾਰਾ ਕੁਝ ਜਿਹੜਾ ਪੋਲਿਟਿਕਸ ਦੇ ਵਿੱਚ ਆਮ ਲੋਕਾਂ ਨੂੰ ਸਮਝ ਵਿੱਚ ਨਹੀਂ ਹੈ, ਕਿਵੇਂ ਕਿਸ ਤਰ੍ਹਾਂ। ਹਾਂਜੀ, ਮੈਂ ਸਮਝਦਾ। ਬਾਸੀ ਸਾਹਿਬ, ਤੁਸੀਂ ਮੇਰੀ ਗੱਲ ਸੁਣੋ ਜੀ, ਤੁਸੀਂ ਕੈਪਟਨ ਦੀ ਕੁਰਸੀ ਦੀ ਗੱਲ ਕਰਦੇ ਹੋ, ਕੁਰਸੀ ਤਾਂ ਕੁਰਸੀ ਨਹੀਂ ਰਹਿਣੀ ਉਹਦੇ ਕੋਲ ਸੀਤਾ ਫਲ ਨਹੀਂ ਰਹਿਣਾ ਹੈਗਾ, ਉਹ ਵੀ ਭੱਜ ਜਾਣਾ। ਤੁਸੀਂ ਫਿਕਰ ਨਾ ਕਰੋ, ਤੁਸੀਂ ਸਮੇਂ ਦੀ ਵੇਟ ਕਰੋ, ਚਿੰਤਾ ਨਾ ਕਰੋ, ਅਸੀਂ ਦੇਖਾਂਗੇ ਸਿੱਧੂ ਸਾਹਿਬ ਦੀ ਚੜ੍ਹਾਈ ਕਰਨੀ ਆ ਹੁਣ ਅਸੀਂ। ਤੁਸੀਂ, ਤੁਹਾਨੂੰ ਮੁਬਾਰਕ ਹੋਵੇ, ਔਰ ਮੈਨੂੰ ਅਫਸੋਸ ਹੋਵੇਗਾ ਕਿ ਸਿੱਧੂ ਸਾਹਿਬ ਨਾਲ ਕੀ ਹੋਇਆ। ਅੱਛਾ, ਐਨੀਵੇ, ਸੋ ਬਹੁਤ ਸ਼ੁਕਰੀਆ। ਥੈਂਕ ਯੂ। ਨੰਬਰ 3 ਕਾਲਰ ਪਲੀਜ਼। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਸਾਹਿਬ। ਹਾਂਜੀ, ਕੀ ਕਹਿਣਾ ਚਾਹੁੰਦੇ ਸਰ? ਬੋਲੋ ਲਵਪ੍ਰੀਤ, ਕੀ ਕਹਿਣਾ ਚਾਹੁੰਦੇ? ਕਹਿੰਦੇ ਹੁੰਦੇ ਨਾ ਵੀ ਜਿੱਦਾਂ ਬੰਦੇ ਨੂੰ ਕੋਈ ਬਿਮਾਰੀ ਲੱਗਦੀ ਆ ਤੇ ਡਾਕਟਰ ਕੋਲ ਜਾਂਦਾ ਵਾ, ਤੇ ਇਹ ਵੀ ਇੱਕ ਹਿਸਾਬ ਦੀਆਂ ਹੁਣ ਬਿਮਾਰੀਆਂ ਲੱਗ ਪਈਆਂ ਨਾ, ਜਿਹੜੀਆਂ ਕੁੜੀਆਂ ਇਦਾਂ ਕਰਦੀਆਂ ਤੇ ਮੁੰਡੇ ਦੇ ਵਿਚਾਰੇ ਬਿਮਾਰ ਹੋ ਗਏ, ਟੈਨਸ਼ਨਾਂ ਲੈ ਲੈ, ਉਹਨਾਂ ਲਈ ਤੇ ਡਾਕਟਰ ਵੀ ਤੁਸੀਂ ਜੇ ਤੇ ਨਰਸ ਵੀ ਤੁਸੀਂ ਜੇ।
ਸਾਰਾ ਕੁਝ ਤੁਸੀਂ ਜੇ ਬਸ ਸਾਹਿਬ ਇਹਨਾਂ ਦਾ ਕਰੋ, ਇਹਨਾਂ ਦਾ ਇਲਾਜ ਯਾਰੀ ਕਿ ਇਹਨਾਂ ਦਾ ਟੀਕਾ ਨਹੀਂ, ਇਹਨਾਂ ਨੂੰ 2-3 ਟੀਕੇ ਲਾ ਕੇ ਵਸਮਾਉਣਾ ਪੈਣਾ, ਫਿਰ ਇਹ ਸੂਤਰ ਆਉਣੇ, ਇਦਾਂ ਨਹੀਂ ਗੱਲ ਬਣਨੀ। ਮਿਹਰਬਾਨੀ ਲਵਪ੍ਰੀਤ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਬੜੇ ਮੇਰੇ ਸਿਆਣੇ ਇਸ ਸ਼ੋਅ ਦੇ ਕਾਲਰ ਹੋ, ਧੰਨਵਾਦ। ਨੰਬਰ ਹੈ 4 ਬਲਜੀਤ ਜੀ ਲਾਈਨ ਤੇ ਆਪ ਜੀ ਸਰ। ਸਤਿ ਸ਼੍ਰੀ ਅਕਾਲ ਬਸ ਜੀ। ਹਾਂਜੀ ਜੀ ਹੁਕਮ। ਬਸ ਜੀ, ਜਦੋਂ ਇੰਡੀਆ ਜਾਓਗੇ ਨਾ ਤੁਸੀਂ ਇੱਕ ਮੁਹਿੰਮ ਜ਼ਰੂਰ ਚਲਾਓ ਕਿ ਬੇਟਾ ਪੜਾਓ ਤੇ ਬੇਟਾ ਬਚਾਓ, ਕਿਉਂਕਿ ਇਹ ਆਪ ਪੜ੍ਹਦੇ ਨਹੀਂ ਹੈਗੇ ਤੇ ਬਾਕੀ ਇੱਥੇ ਸਾਰੇ ਇਹਨਾਂ ਦੀ ਲੁੱਟ-ਖਸੁੱਟ ਤਾਂ ਹੁੰਦੀ ਆ। ਦੂਜੇ ਨੰਬਰ ਤੇ ਆਪਣੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਚੋਰੀਆਂ ਬਹੁਤ ਹੈਗੀਆਂ ਤੇ ਅੱਗੇ ਜਦੋਂ ਜੇਸਨ ਕੇਨੀ ਹੋਣੀ ਹੁੰਦੇ ਸੀ ਨਾ ਆਪਣੇ ਇਮੀਗ੍ਰੇਸ਼ਨ ਮਿਨਿਸਟਰ, ਉਦੋਂ ਚਿੜੀ ਵੀ ਪਰਿੰਦਾ ਵੀ ਪਰ ਨਹੀਂ ਸੀ ਮਾਰਦਾ, ਹੁਣ ਇੱਕ ਨਾ ਇੱਕ ਫ੍ਰੀ ਆ ਰਿਹਾ, ਤਾਂ ਗੰਦ ਬਹੁਤ ਪੈ ਗਿਆ ਇੱਥੇ। ਮੈਂ ਦੱਸਾਂ ਜੇਸਨ ਕੈਨੀ ਵਰਗੇ ਇਮੀਗ੍ਰੇਸ਼ਨ ਮਿਨਿਸਟਰ ਸਾਡੇ ਇਸ ਦੇਸ਼ ਨੂੰ ਨਹੀਂ ਬਣਨੇ। ਔਰ ਜੇਸਨ ਕੈਨੀ ਜੀ ਅੱਜਕੱਲ ਪ੍ਰੀਮੀਅਰ ਨੇ ਆਪਣੇ ਸੂਬੇ ਦੇ, ਔਰ ਜੇਸਨ ਕੈਨੀ ਨੇ ਜਿਹਦੇ ਨਾਲ ਮੈਂ ਬਹੁਤ ਵਾਰੀ ਇੰਟਰਵਿਊ ਕੀਤੇ ਟੈਲੀਵਿਜ਼ਨ ਤੇ, ਰੇਡੀਓ ਤੇ, ਉਂਝ ਵੀ ਕਦੇ ਮਿਲ ਗਏ। ਸੋ ਹੀ ਵਾਸ ਗ੍ਰੇਟ, ਕਿਉਂਕਿ ਅਸੀਂ ਦੇਖੋ ਬੜੇ ਧਿਆਨ ਨਾਲ ਅਸੀਂ ਖੁਸ਼ ਹੋ ਜਾਂਦੇ ਹਾਂ ਕਿ ਆਹ ਕੰਮ ਹੋ ਗਿਆ, ਪਰ ਤੁਸੀਂ ਇਸ ਦੇਸ਼ ਨੂੰ ਵੀ ਬਚਾਉਣਾ ਹੈ ਨਾ, ਜਿਸ ਦੇਸ਼ ਵਿੱਚ ਰਹਿੰਦੇ ਆ ਇਹਨੂੰ ਚਰੂੜ ਕੇ ਨਹੀਂ ਖਾਣਾ। ਜਿੱਦਾਂ ਅੱਜ ਕੱਲ ਮੱਕੀ ਦੀਆਂ ਛੱਲੀਆਂ ਤੁਸੀਂ ਬਾਰਬੀ ਕਰਕੇ ਚਿਕਨ ਰੱਖ ਕੇ ਖਾਂਦੇ ਚਰੂੜ ਕੇ, ਇਹ ਇਸ ਮੁਲਕ ਨੂੰ ਤੁਸੀਂ ਚਰੂੜ ਕੇ ਖਾਣਾ, ਤਾਂ ਫਿਰ ਬਚੂਗਾ ਕੀ ਤੁਹਾਡੇ ਲਈ? ਆਉਣ ਵਾਲੀ ਜਨਰੇਸ਼ਨ ਦੇ ਬੱਚਿਆਂ ਲਈ ਕੀ ਬਚੂਗਾ? ਤੁਸੀਂ ਤਾਂ ਖਾ ਕੇ ਬਹਿ ਜਾਓਗੇ। ਸੋ ਸਾਨੂੰ ਇਸ ਦੇਸ਼ ਦੇ ਵਾਸਤੇ ਵੀ ਕਰਨਾ, ਜਿਸ ਦੇਸ਼ ਦਾ ਖਾਈਏ ਉਹਦੇ ਗੁਣ ਗਾਈਏ। ਔਰ ਅਸੀਂ ਹਿੰਦੁਸਤਾਨ ਤੋਂ ਆਏ ਹਾਂ, ਭਾਰਤ ਤੋਂ ਆਏ ਹਾਂ, ਭਾਰਤ ਸਾਡਾ ਦੇਸ਼ ਹੈ, ਬੜੀ ਪਵਿੱਤਰ ਮਿੱਟੀ ਹੈ। ਹੁਣ 15 ਅਗਸਤ ਨੂੰ ਅਸੀਂ ਜਸ਼ਨਾਂ ਦੀ ਤਿਆਰੀ ਕਰਨੀ ਸ਼ੁਰੂ ਕਰ ਦੇਣੀ ਆਪਾਂ ਸਾਰਿਆਂ ਨੇ, ਠੀਕ। ਕੁਝ ਲੋਕ ਕੱਢਤੇ ਰੱਖਦੇ, ਉਹਨਾਂ ਦੀ ਆਪਣੀ ਪ੍ਰੋਬਲਮ ਆ, ਪਰ ਦੇਸ਼ ਦੇ ਵਿੱਚ ਮੈਜੋਰਿਟੀ ਲੋਕ ਜਿਹੜੇ ਨੇ ਉਹ ਆਪਣੇ ਦੇਸ਼ ਨੂੰ ਪਿਆਰ ਕਰਦੇ ਨੇ। ਮੈਂ ਉਹ ਵੀ ਲੋਕ ਵੇਖੇ ਨੇ ਕਿ ਆਪਣੇ ਦੇਸ਼ ਦਾ ਹੀ ਬਣਿਆ ਹੋਇਆ ਖਾਂਦੇ ਨੇ ਤੇ ਆਪਣੇ ਦੇਸ਼ ਦਾ ਹੀ ਬਣਿਆ ਹੋਇਆ ਕੱਪੜਾ ਪਹਿਨਦੇ ਨੇ, ਇਹ ਤੱਕ ਕਿ ਸ਼ੂ ਤੱਕ ਵੀ ਪਹਿਨਦੇ ਨੇ। ਜੇ ਉਹਨਾਂ ਵਿੱਚ ਮੈਂ ਐਗਜ਼ਾਮਪਲ ਦੇਵਾਂ ਤਾਂ ਸੁਣ ਕੇ ਹੈਰਾਨ ਹੋ ਜਾਓਗੇ। ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਵੇ ਕਿ ਮੇਰਾ ਇਸ਼ਾਰਾ ਕਿਸ ਵਿਅਕਤੀ ਵੱਲ ਹੈ, ਕਿਤੇ ਮੇਰਾ ਇਸ਼ਾਰਾ ਮੈਂ ਆਪਣੇ ਵੱਲ ਤਾਂ ਨਹੀਂ ਕਰ ਰਿਹਾ। ਇਹ ਇੱਕ ਕੁਐਸਚਨ ਹੈ ਤੁਹਾਡੇ ਲੋਕਾਂ ਲਈ। ਦਮਨਵੀਰ ਤੁਸੀਂ ਲਾਈਨ 'ਤੇ ਹੋ? ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਜੀ ਦੇਖੋ ਜੀ, ਪਹਿਲਾਂ ਤਾਂ ਟਰੂਡੋ ਸਾਹਿਬ ਨੇ ਜੋ ਬਿਆਨ ਦਿੱਤਾ ਜੀ, ਬਹੁਤ ਗਲਤ ਬਿਆਨ ਦਿੱਤਾ ਹੈਗਾ। ਉਹ ਕੋਈ ਚੰਗੇ ਲੀਡਰਾਂ ਵਾਲਾ ਬਿਆਨ ਨਹੀਂਗਾ। ਆ ਪਰਸੋਂ ਚੌਥੇ ਜਦੋਂ ਟਰੂਡੋ ਸਾਹਿਬ ਆਏ ਆ, ਉਦੋਂ ਵੀ ਮੈਂ ਕੋਸ਼ਿਸ਼ ਕੀਤੀ ਵੀ ਉਹਨਾਂ ਨੂੰ ਮਿਲ ਕੇ ਆਈਏ, ਮਾੜੀ ਮੋਟੀ ਗੱਲ ਕਰੀਏ, ਪਰ ਅਫਸੋਸ ਕਿਸੇ ਨੇ ਮਿਲ ਨਹੀਂ ਦਿੱਤਾ। ਉਹ ਕਹਿੰਦੇ ਸਮਾਂ ਨਹੀਂ, ਅਪਾਇੰਟਮੈਂਟ ਬਣਾਉਣੀ ਪੈਣੀ ਹੈ। ਪਰ ਜੋ ਆ ਬੱਚਿਆਂ ਦੇ ਨਾਲ ਹੋ ਰਿਹਾ ਹੈ, ਖਾਸ ਕਰਕੇ ਜੋ ਪੰਜਾਬ ਦੀ ਪੀੜ੍ਹੀ ਦੇ ਨਾਲ ਹੋ ਰਿਹਾ ਹੈਗਾ, ਇਹਦਾ ਆਵਾਜ਼ ਚੱਕਣ ਵਾਲਾ ਕੋਈ ਵੀ ਨਹੀਂ ਰਿਹਾ ਜੀ। ਹੈਰਾਨੀ ਤਾਂ ਇਹ ਆ ਵੀ ਕੋਈ ਆਵਾਜ਼ ਚੱਕਣ ਦੀ ਕੋਸ਼ਿਸ਼ ਤਾਂ ਕਰੇ। ਸਿਰੇ ਚੜ੍ਹਨੀ ਗੱਲ, ਨਾ ਚੜ੍ਹਨੀ ਉਹ ਬਾਅਦ ਦੀ ਹੈ। ਜਿਵੇਂ ਹੁਣ ਤੁਸੀਂ ਟਰਾਈ ਕਰ ਰਹੇ ਹੋ, ਕੋਈ ਟਰਾਈ ਵੀ ਨਹੀਂ ਕਰ ਰਿਹਾ। ਅਫਸੋਸ ਵਾਲੀ ਗੱਲ ਤਾਂ ਇਹ ਹੈ ਵੀ ਸਾਡੇ ਕੰਨ ਜਮਾਂ ਹੀ ਮਰ ਚੁੱਕੇ ਆ। ਅਸੀਂ ਤਾਂ ਕਹਿ ਦਿੰਦੇ ਆ ਵੀ ਅਸੀਂ ਪੰਜਾਬੀ ਬੰਦੇ ਆ, ਅਸੀਂ ਬੜੀ ਸਰਦਾਰੀ ਕੀਤੀ ਆ, ਯੋਧਿਆਂ ਦੀ ਕੌਮ ਹੈ, ਪਰ ਸਾਡੇ ਜਮੇ ਕੰਨ ਮਰ ਚੁੱਕੀ ਹੈ ਜੀ। ਵੀ ਅਸੀਂ ਉਹ ਬੰਦੇ ਜਿਹੜੇ ਅਫਗਾਨ ਤੱਕ ਜਾ ਕੇ ਲੋਕਾਂ ਦੀਆਂ ਧੀਆਂ ਛੜਾ ਕੇ ਲਿਆਉਂਦੇ ਸੀ, ਆਪਦੀਆਂ ਵੇਚਣ ਲੱਗੇ। ਹੁਣ ਹੈਰਾਨੀ ਹੋ ਗਈ। ਤਾਂ ਕਰਕੇ ਇਹ ਹੁਣ ਅਫਸੋਸ ਵਾਲੀ ਗੱਲ ਹੈ, ਆਪਣੀ ਸਭਿਅਤਾ ਨੂੰ ਇੱਕ ਕਲੰਕ ਲੱਗਿਆ। ਇਹ ਮਟਾਉਣ ਲਈ ਤੁਸੀਂ ਵੀ ਕਿੰਨਾ ਚਿਰ ਰੌਲਾ ਪਾਓਗੇ? 5 ਸਾਲ 10 ਸਾਲ, ਬਸ ਉਦੋਂ ਬਾਅਦ ਫਿਰ ਕੌਣ ਪਾਊਗਾ ਰੌਲਾ? ਕਿਸੇ ਨੇ ਨਹੀਂ ਪਾਉਣਾ। ਤਾਂ ਕਰਕੇ ਇਹ ਸਾਡੇ ਪਰਿਵਾਰਾਂ ਨੂੰ ਚਾਹੀਦਾ, ਜਿਵੇਂ ਆ ਵੀਰ ਆਇਆ, ਹੁਣ ਸਟੋਰੀਆਂ ਰੋਜ਼ ਲੈ ਕੇ ਆਉਂਦੇ ਆ ਤੁਸੀਂ, ਅਸੀਂ ਵੀ ਸੁਣਦੇ ਆ, ਪਰ ਕਿੰਨੇ ਕੁ ਸਾਲ ਲੈ ਕੇ ਆਉਂਗੇ? ਇਹ ਕਿਉਂ ਨਹੀਂ ਸਮਝਦੇ ਲੋਕ, ਕਿਉਂ ਨਹੀਂ ਸਮਝ ਰਹੇ? ਇਹਦਾ ਮਤਲਬ ਵੀ ਜਿਹੜੀ ਇਹ ਸਰਕਾਰ ਹੈਗੀ ਹੈ, ਇਹਨਾਂ ਨੂੰ ਸਿਰਫ ਸਾਡੇ ਤੱਕ ਸਿਰਫ ਪੈਸਿਆਂ ਦਾ ਮਤਲਬ ਹੈ। ਜਿਵੇਂ ਇਹਨਾਂ ਨੇ ਆਪਦੀ ਵੈਬਸਾਈਟ ਤੇ ਲਿਖਿਆ ਹੋਇਆ ਨਾ ਵੀ ਸਾਨੂੰ ਲੇਬਰ ਦੀ ਲੋੜ ਹੈ, ਚਾਹੇ ਉਹ ਸਕਿਲਡ ਹੋਵੇ ਤੇ ਚਾਹੇ ਉਹ ਅਨਸਕਿਲਡ ਹੋਵੇ, ਇੱਥੇ ਆਓ। ਤੇ ਫਿਰ ਤਾਂ ਅਸੀਂ ਲੇਬਰ ਹੈ, ਅਸੀਂ ਐਵੇਂ ਕੌਣ ਗਾਣ ਗਾਈ ਜਾਂਦੇ ਹਾਂ। ਥੈਂਕ ਯੂ ਸੋ ਮਚ, ਥੈਂਕ ਯੂ ਜੀ।